ਤੁਸੀਂ ਇੱਕ ਵਾਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜੀ ਗੱਲ ਵੀ ਕਰਤੀ ਸੀਗੀ, ਬਾਅਦ ਦੇ ਵਿੱਚ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਉਹਦੇ ਉੱਤੇ ਆਈ। ਪਰ ਮੈਂ ਜੇ ਅੱਜ ਦੀ ਗੱਲ ਕਰਾਂ ਨਾ, ਬੱਬੂ ਬਾਈ ਕਹਿਣਾ ਸੀ ਮੇਰਾ ਦਿਲ ਕਰਦਾ ਕਿਤੇ ਸੱਦੋ, ਮੇਰਾ ਉਹਨੂੰ ਮਿਲਣ ਨੂੰ ਦਿਲ ਕਰਦਾ। ਅੱਛਾ, ਉਹ ਕਾਰਨ ਆ ਉਹ ਬੰਦੇ ਨੇ ਜਿਹੜੀਆਂ ਗੱਲਾਂ ਕਹਿ ਦਿੱਤੀਆਂ ਨਾ। ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ, ਉਦੋਂ ਫਿਰ ਤੁਹਾਨੂੰ ਦੁੱਖ ਕਿਉਂ ਲੱਗਿਆ ਸੀ? ਤੁਸੀਂ ਕਿਉਂ ਬੋਲੇ ਸੀ? ਉਹ ਬੱਤੀ ਲਾਉਣ ਵਾਲੇ ਬਾਬੇ ਦੇ ਕਰਕੇ ਨਹੀਂ, ਉਹ ਦੂਸਰੇ ਵੀ ਰਗੜ ਦਿੱਤੇ ਸੀ ਸਾਰੇ। ਤੁਹਾਨੂੰ ਅਫਸੋਸ ਆ ਉਦੋਂ ਵਿਰੋਧ ਤਾਂ ਕਰੀਦਾ? ਹੁਣ ਇਹੀ ਕਹਿ ਲਓ ਫਿਰ। ਤੁਸੀਂ ਇਸ ਗੱਲ ਨੂੰ ਵਾਜਬ ਮੰਨਦੇ ਹੋ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਰਚੀ? ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ, ਪਰ ਔਖੀਆਂ ਸਰਕਾਰਾਂ। ਕਿ ਗਿਆਨੀ ਇਕਬਾਲ ਸਿੰਘ ਨੇ ਜੀ, ਜਿਹੜੇ ਜੀ। ਉਹਨਾਂ ਨੇ ਕਿਹਾ ਕਿ ਸਿੱਖ ਆ ਜਿਹੜੇ ਉਹ ਲਵ ਕੁਸ਼ ਦੇ ਵੰਸ਼ਜ ਦੇ ਵਿੱਚੋਂ ਆ। ਜਿਹੜਾ ਵੀ ਮਹਾਰਾਜ ਨੇ ਲਿਖਿਆ ਉਹਦਾ ਜੋ ਨਿਚੋੜ ਐਂਡ ਤੇ ਅਖੀਰ ਚ ਕੱਢਿਆ, ਉਹ ਕੀ ਗਿਆਨੀ ਇਕਬਾਲ ਸਿੰਘ ਜੀ ਨੇ ਉਹ ਨਹੀਂ ਪੜਿਆ? ਅੱਜ ਨਿਹੰਗ ਸਿੰਘਾਂ ਦੇ ਨਾਲ, ਕਿਉਂਕਿ ਇਹ ਗੁਰੂ ਦੀ ਪਿਆਰੀ ਲਾਡਲੀ ਫੌਜ ਹੈ, ਪਰ ਅੱਜ ਇਹਨਾਂ ਦੇ ਨਾਲ ਭੰਗ ਪੀਣੇ ਜਾਂ ਹੋਰ ਕਈ ਤਰ੍ਹਾਂ ਦੇ ਸ਼ਬਦ ਜੁੜ ਗਏ ਜਿਹੜੇ ਕਿ ਦੁੱਖ ਦਿੰਦੇ ਨੇ। ਬੁਰਾ ਨਹੀਂ ਲੱਗਾ, ਬਹੁਤ ਚੰਗਾ ਕੀਤਾ, ਕਲੀਅਰ ਹੋਣਾ ਚਾਹੀਦਾ ਜੀ। ਉਹ ਜਾ ਕੇ ਤਾਂ ਵੇਖੋ ਵਿਚਾਰਿਆਂ ਦੇ ਕੋਲ ਉਹਨਾਂ ਦੀ ਜ਼ਿੰਦਗੀ ਕੈਸੀ ਆ। ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ ਸਵਾਲ ਚੁੱਕੇ। ਉਹਨਾਂ ਨੇ ਇਹ ਗੱਲ ਕਹੀ ਕਿ ਗੁਰੂ ਸਾਹਿਬਾਨ ਦੇ ਮੁਤਲਕ ਇਹਦੇ ਵਿੱਚ ਗਲਤ ਕੁਝ ਲਿਖਿਆ ਗਿਆ। ਸੂਰਜ ਪ੍ਰਕਾਸ਼ ਨੂੰ ਨਿੰਦਣ ਦੀ ਗੱਲ ਜਿਹੜੀ ਕਰਦੇ ਹੋ ਜਾਂ ਉਹਦੇ ਚ ਕਹਿ ਰਹੇ ਹੋ ਕੁਝ ਵੀ ਚੰਗਾ ਨਹੀਂ, ਉਹਨੂੰ ਰੱਦ ਕਰਨ ਦੀ ਗੱਲ ਕਰ। ਤੁਹਾਡੇ ਕੋਲ ਕੀ ਆ? ਤੁਸੀਂ ਇਹ ਮੰਨਦੇ ਹੋ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕੁਝ ਗਲਤ ਜੋ ਉਹ ਕਹਿੰਦੇ ਨੇ ਬਾਰ-ਬਾਰ ਕਿ ਮਾਈ ਭਾਗੋ ਜੀ ਬਾਰੇ ਚ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਗਲਤ ਸ਼ਬਦਾਵਲੀ ਵਰਤੀ? ਇੱਕ ਮਿੰਟ ਸੁਣੋ, ਮੈਲੀ ਅੱਖੇ ਜੇ ਕੋਈ ਪੰਥ ਵੱਲ ਵੇਖੇ ਜਾਂ ਮੈਲੀ ਅੱਖੇ ਕੋਈ ਪੰਜਾਬ ਵੱਲ ਵੇਖੇ, ਫਿਰ ਅੱਕ ਸੁਣ ਉਹਦੀਆਂ ਦਾੜਾਂ ਤੇ ਠੋਕਣ ਲਈ ਬਣਿਆ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਅੱਜ ਤਾਂ ਪੂਰੀ ਤਰ੍ਹਾਂ ਦੇ ਨਾਲ ਗਦਗਦ ਹੋਵੋਗੇ, ਖੁਸ਼ ਹੋਵੋਗੇ? ਬਿਲਕੁਲ ਸਹੀ ਗੱਲ ਆ, ਜੀ। ਕਿਉਂਕਿ ਨਾ ਅੱਜ ਸਾਡੇ ਸਟੂਡੀਓ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਚੱਜ ਦਾ ਵਿਚਾਰ ਦੇ ਵਿੱਚ ਜੀ। ਪਹਿਲੀ ਵਾਰ ਢਾਡੀ ਕਲਾ ਦੇ ਨਾਲ ਜੁੜੀ ਹੋਈ ਸ਼ਖਸੀਅਤ ਪਹੁੰਚੀ। ਬਿਲਕੁਲ ਸਹੀ। ਦੇਖੋ, ਢਾਡੀ ਜਗਤ ਆ ਜਿਹੜਾ ਉਹ ਬਹੁਤ ਵੱਖਰਾ ਨਿਆਰਾ। ਢਾਡੀ ਜਗਤ ਦਾ ਸਾਡੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਆ। ਬਹੁਤ ਸਾਰੇ ਢਾਡੀ ਆ ਜਿਹੜੇ ਉਹ ਸਾਡੇ ਸੰਪਰਕ ਦੇ ਵਿੱਚ ਵੀ ਆ। ਪਰ ਜਿਹੜੇ ਅੱਜ ਸ਼ਖਸ ਸਾਡੇ ਕੋਲੇ ਪਹੁੰਚੇ ਆ ਉਹ ਹੈਗੇ ਤਰਸੀਮ ਸਿੰਘ ਮੋਰਾਂ ਵਾਲੇ ਜੀ। ਜਦੋਂ ਇਹਨਾਂ ਨੂੰ ਟੈਲੀਵਿਜ਼ਨ ਦੇ ਉੱਤੇ ਦੇਖਦੇ ਆ ਤਾਂ ਬੰਦੇ ਦੇ ਮਨ ਦੇ ਵਿੱਚ ਜ਼ਰੂਰ ਗੱਲ ਆਉਂਦੀ ਵੀ ਖਾਂਦੇ ਕੀ ਆ। ਇੰਨੀ ਕਾਹਲੀ ਦੇ ਵਿੱਚ, ਇੰਨੀ ਬੜਕ ਦੇ ਵਿੱਚ ਉਹ ਜਿਸ ਤਰੀਕੇ ਨਾਲ ਪੇਸ਼ਕਾਰੀ ਕਰਦੇ ਆ ਵੀ ਅੱਜ ਉਹਨਾਂ ਤੋਂ ਇਹ ਗੱਲਾਂ ਜਾਣਨੀਆਂ ਵੀ ਭਾਈ ਵਿੱਚੋਂ ਮਾਜਰਾ ਕੀ ਆ ਜੀ, ਤੁਸੀਂ ਕੀ ਖਾਂਦੇ ਹੋ। ਲਗਾਤਾਰ ਤਾੜ 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 ਕਰਕੇ ਮਾਰਿਆ। ਇਸ ਰੂਪ ਦੇ ਵਿੱਚ ਜਦੋਂ ਉਹ ਪੇਸ਼ਕਾਰੀ ਕਰਦੇ ਆ ਨਾ ਤੇ ਵੱਖਰੀ ਨਿਆਰੀ ਗੱਲ ਲੱਗਦੀ ਹੈ। ਤੇ ਆਪਾਂ ਅੱਜ ਤਰਸੀਮ ਸਿੰਘ ਮੋਰਾਂ ਵਾਲੀ ਦੇ ਨਾਲ ਗੱਲਬਾਤ ਕਰਨੀ ਹੈ। ਜੈਜ਼ੀ ਬੀ ਦੇ ਕਈ ਗਾਣਿਆਂ ਦੇ ਵਿੱਚ ਇਹਨਾਂ ਦੀ ਰਚਨਾ ਪੇਸ਼ ਹੁੰਦੀ ਹੈ। ਹੋਰ ਵੀ ਕਈ ਗੀਤਾਂ ਦੇ ਵਿੱਚ ਬਹੁਤ ਸਾਰੀਆਂ ਕੈਸਟਾਂ ਆਈਆਂ, ਬਹੁਤ ਸਾਰੇ ਇਹਨਾਂ ਦੇ ਵੱਲੋਂ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ। ਕਈ ਇਹਨਾਂ ਨੂੰ ਪੁਰਸਕਾਰ ਮਿਲੇ ਆ। ਕਈ ਤਰ੍ਹਾਂ ਦੀਆਂ ਇਸ ਵਕਤ ਪੰਥ ਨੂੰ ਵੀ ਚੁਣੌਤੀਆਂ, ਸਿੱਖੀ ਦੇ ਮੂਹਰੇ ਚੁਣੌਤੀਆਂ, ਸ਼੍ਰੋਮਣੀ ਕਮੇਟੀ ਦਾ ਕੰਮਕਾਜ, ਹੋਰ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਅੱਜ ਆਪਾਂ ਇਹਨਾਂ ਦੇ ਨਾਲ ਸਾਂਝੀਆਂ ਕਰਦੀਆਂ ਜੀ। ਸੋ ਸਭ ਤੋਂ ਪਹਿਲਾਂ ਆਪਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇ ਠੀਕ ਠਾਕ ਆ? ਜ਼ਿੰਦਾਬਾਦ ਹੋ। ਮਹਾਰਾਜ ਦੀਆਂ ਮੇਰਾਂ ਚੜ੍ਹਦੀ ਕਲਾ ਜੀ, ਸਤਿਗੁਰੂ ਦੀ ਬਹੁਤ ਕਿਰਪਾ। ਤੇ ਤੁਹਾਡਾ ਅੱਜ ਅਸੀਂ ਰੰਗ ਵੀ ਦੇਖਣਾ ਵੀ ਭਾਈ ਜਿਹੜੀਆਂ ਤੁਸੀਂ ਪੇਸ਼ਕਾਰੀਆਂ ਕਰਦੇ ਹੋ ਤੇ ਫਿਰ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਤੁਹਾਡੇ ਮੂਹਰੇ ਰੱਖਣੇ ਆ। ਤੇ ਅਸੀਂ ਚਾਹਾਂਗੇ ਜੀ ਕਿ ਜੋ ਸੱਚ ਆ ਉਹਦੇ ਨੇੜੇ ਤੇੜੇ ਉੱਤਰ ਜ਼ਰੂਰ ਹੋਵੇ। ਅਸੀਂ ਤਾਂ ਚਾਹੁੰਦੇ ਵੀ ਬਿਲਕੁਲ ਹੂਬਹੂ ਸੱਚ ਦੇ ਨੇੜੇ ਹੋਵੇ ਜੀ। ਇਹ ਸੱਚ ਹੀ ਬੋਲਣਾ ਚਾਹੀਦਾ, ਝੂਠ ਕਿਉਂ ਬੋਲਣਾ? ਹਾਂ, ਬਿਲਕੁਲ ਸਹੀ। ਹਾਂ, ਜੇ ਉਹ ਬਾਬਾ ਬੁੱਲੇ ਸ਼ਾਹ ਵੀ ਇਹੀ ਕਹਿੰਦਾ ਜੱਚ ਕੇ ਜੇਬਾ ਕਹਿੰਦੀ ਆ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਚੁੱਪ ਰਹਾਂ ਤਾਂ ਕੁਝ ਨਾ ਬਚਦਾ ਏ, ਪਰ ਸੱਚ ਕਹਾਂ ਤਾਂ ਭਾਂਬੜ ਮੱਚਦੇ ਆ। ਪਰ ਸੱਚ ਨੂੰ ਸੱਚ ਕਿਹਾ। ਆਪਾਂ ਬਚਨ ਕਰਦੇ ਸੀ ਨਾ। ਹੁਣ ਦੇਖੋ, ਲੋਕੀ ਕਹਿੰਦੇ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਕੰਚ ਨਹੀਂ ਨਚਾਈ, ਪਰ ਇੱਕ ਬਜ਼ੁਰਗ ਸ਼ਾਇਰ ਕਹਿੰਦਾ ਸੁਣੋ ਓਏ ਮੈਂ ਦੱਸਦਾ ਉੱਥੇ ਕੀ ਹੋਇਆ। ਉਹ ਕਹਿੰਦੇ ਬਾਬਾ ਜੀ ਕੀ ਹੋਇਆ? ਕਹਿੰਦਾ ਉੱਥੇ ਕੀ ਹੋ ਰਿਹਾ ਸੀ? ਉੱਥੇ ਹੋ ਰਿਹਾ ਸੀ ਧਾਗੇ ਤੇ ਥਈ ਥਈ ਬੋਲਤੀ ਮਰਦੰਗ ਸੰਗ ਲਿਫ ਲਿਫ ਨਖਰੇ ਸੇ ਨਾਚਤੀ ਨਚਈਆ ਛੁਮਕ ਛੁਮਕ ਛੁਮ 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 ਛਾਨਾ ਨਾ 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 घुंघरू जो पग से बंधैया लमक लमक लेटा उठो से न्योरा करे जिया तड़फाए लागी माथे की बंदैया कहे कभी बालम्ब मस्से की मौत नाचे
ਭੇਜੀ ਰਘੂਰਾਏ ਲਿਫਗਾਤੀ ਜੋ ਗਵਈਆ। ਉਹ ਜਿਹੜਾ ਉੱਥੇ ਗਲਤ ਕਰ ਰਿਹਾ ਸੀ ਨਾ, ਉਹਦੀ ਮੌਤ ਨੱਚਦੀ ਸੀ। ਜੇ ਕੋਈ ਗਲਤ ਕਰੇਗਾ ਨਾ, ਉਹਦੀ ਮੌਤ ਉਹਦੇ ਸਿਰ ਤੇ ਸਦਾ ਹੀ ਕੂਕਦੀ ਰਹੀ ਹੈ। ਵੈਸੇ ਸਭ ਦੇ ਮੌਤ ਸਿਰ ਤੇ ਕੂਕਦੀ ਆ। ਪੁਰਾਣੇ ਬਜ਼ੁਰਗ ਆਪਣੇ ਗਾਉਂਦੇ ਹੁੰਦੇ ਸੀ, ਜਿੰਦੇ ਸੌ ਨਾ ਤਾਣ ਕੇ ਲੰਮੀਆਂ, ਓਏ ਤੇਰੇ ਸਿਰ ਉੱਤੇ ਕਾਲ ਕੂਕਦਾ। ਹਰ ਇੱਕ ਨੂੰ ਦੇਖੋ ਮੌਤ, ਕਾਲ, ਉਹ ਜਿਹੜਾ ਕਾਲ ਦਾ ਤਮਾਚਾ, ਕਾਲ ਬੜਾ ਬਲਵਾਨ, ਉਸ ਦੀਆਂ ਬੁਰੀਆਂ ਝਪਟਾਂ ਨੇ ਤੇ ਧਰਮਰਾਜ ਦੇ ਦਫ਼ਤਰ ਲਿਖੀਆਂ ਪਈਆਂ ਰਪਟਾਂ ਨੇ। ਇੱਥੇ ਹੀ ਕੇਸ ਨਹੀਂ ਬਣਨੇ, ਕੇਸ ਉੱਥੇ ਹੀ ਬਣਨੇ। ਜੇ ਕੋਈ ਇੱਥੇ ਭਾਵੇਂ ਮੈਂ ਆ, ਕੋਈ ਵੀ ਆ, ਤੁਸੀਂ ਆ, ਗਲਤ ਕੁਝ ਕਰਾਂਗੇ ਅਵੱਛ ਭਰਾਂਗੇ। ਹੁਣ ਕੋਈ ਕਿੱਕਰਾਂ ਦੇ ਬੀਜ ਬੀ ਕੇ ਤੋੜਨੇ ਅੰਗੂਰ ਚਾਹੇ, ਕਰੋ ਇਹ ਇਲਾਜ ਐਸੇ ਬੰਦੇ ਦੇ ਦਿਮਾਗ ਦਾ। ਹਾਂਜੀ, ਹੁਣ ਦੱਸੋ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਵੀ ਢਾਡੀ ਪਰੰਪਰਾ ਜਿਹੜੀ ਬਹੁਤ ਪੁਰਾਣੀ ਤੇ ਵੱਖਰੀ ਨਿਆਰੀ ਆ ਜੀ, ਪਰ ਬਦਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸੁਣਨ ਵਾਲੇ ਆ ਜੀ, ਜਿਹੜੇ ਸਾਡੇ ਸਮਾਜ ਦੇ ਵਿੱਚ ਵਿਚਰਨ ਵਾਲੇ ਆ, ਉਹਨਾਂ ਦੇ ਸਵਾਦ ਹੋਰ ਤਰ੍ਹਾਂ ਦੇ ਹੋ ਗਏ ਆ ਜੀ ਜੀ। ਉਹਨਾਂ ਨੂੰ ਕੰਨ ਰਸ ਹੋਰ ਤਰ੍ਹਾਂ ਦਾ ਚੰਗਾ ਲੱਗਦਾ। ਕੋਈ ਵੇਲਾ ਸੀਗਾ ਜਦੋਂ ਧਾਰਮਿਕ ਸਮਾਗਮਾਂ ਦੇ ਵਿੱਚ, ਵੱਖ-ਵੱਖ ਹੋਰ ਸਮਾਗਮਾਂ ਦੇ ਵਿੱਚ ਢਾਡੀਆਂ ਤੋਂ ਬਿਨਾਂ ਸੰਪੂਰਨਤਾ ਹੀ ਨਹੀਂ ਹੁੰਦੀ ਸੀ। ਅੱਜ ਦੇ ਸਮੇਂ ਦੇ ਵਿੱਚ ਢਾਡੀ ਪਰੰਪਰਾ ਦੇ ਮੂਹਰੇ ਵੀ ਇੱਕ ਬਹੁਤ ਵੱਡੀ ਚੁਣੌਤੀ ਆ, ਆਰਥਿਕ ਵੀ ਤੇ ਸਤਿਕਾਰ ਦੇ ਪੱਖੋਂ ਵੀ। ਕੀ ਕਹਿਣਾ ਚਾਹੋ? ਵੇਖੋ, ਜੇ ਮੈਂ ਆਪਣੀ ਗੱਲ ਕਰਾਂ, ਜਿੱਡਾ ਵੱਡਾ ਪੰਥ ਨੇ ਸਤਿਕਾਰ ਦਾਸ ਨੂੰ ਦਿੱਤਾ, ਜਥੇ ਨੂੰ ਦਿੱਤਾ, ਜਿਹੜਾ ਵੀ ਦਾਸ ਨਾਲ ਖੜ ਗਿਆ, ਮੇਰੇ ਸਾਥੀ ਸਿੰਘ ਸਾਥੀ ਪਰ ਹੁੰਦੇ ਆ, ਉਹਨਾਂ ਸਾਰਿਆਂ ਨੂੰ ਸਤਿਕਾਰ ਦਿੱਤਾ, ਉਹਦਾ ਅਸੀਂ ਤੇ ਮੁੱਲ ਨਹੀਂ ਗੇ ਮੋੜ ਸਕਦੇ। ਸੱਚਾਈ ਇਹ, ਕਿੰਨੇ ਮੁਲਕ, 50 ਦੇ ਲਾਗੇ ਮੁਲਕਾਂ ਵਿੱਚ ਚਲ ਗਏ ਆ। ਕਈ ਐਸੀਆਂ ਕੰਟਰੀਆਂ, ਟਹਿਣਾ ਸਾਹਿਬ, 20 ਤੋਂ ਵੱਧ ਦੇ ਟੂਰ ਨੇ ਉਹਨਾਂ ਦੇ। ਉਹ ਜੇ ਮੈਂ ਆਪਣੇ ਨਿੱਜੀ ਪੋਕਟ ਚੋਂ ਕਹਿੰਦਾ ਤੇ ਨਹੀਂ ਸੀ ਕਰ ਸਕਦੇ। ਸਹੀ, ਸਤਿਗੁਰੂ ਦੀ ਸਭ ਕਿਰਪਾ। ਔਰ ਇਸੇ ਤਰ੍ਹਾਂ 35 ਤੋਂ ਵੱਧ ਜਿਹੜੇ 골ਡ ਮੈਡਲ ਵਿੱਚ, ਉਹਦੇ ਵਿੱਚ ਕਿਸੇ ਨੇ ਛਾਪ, ਕਿਸੇ ਨੇ ਕੁਝ, ਬੜਾ ਸਤਿਕਾਰ ਕੀਤਾ। ਇੱਥੇ ਵੀ ਮਹਾਂਪੁਰਖਾਂ ਨੇ ਸਾਨੂੰ ਤੇ ਪਿਆਰ ਮਿਲਿਆ ਬਹੁਤ ਜੀ, ਮਿਲਦਾ। ਜਿਹੜਾ ਵੀ ਕੋਈ ਰੱਬ ਦਾ ਪਿਆਰਾ ਨਾ, ਮਹਾਰਾਜ ਤੇ ਭਰੋਸਾ ਰੱਖਦਾ, ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆ, ਉਹ ਤੇ ਇੱਕ ਤਿਲ ਨਾ ਭੰਨੇ ਕਾਲੇ। ਮਹਾਰਾਜ ਦੀ ਬਾਣੀ ਕਹਿੰਦੀ ਇੱਕ ਤਿਲ ਆ ਨਾ ਭੈਣ ਜੀ, ਜਿਹੜਾ ਉਹ ਤਿਲ ਜਿੰਨਾ ਵੀ ਨਹੀਂ ਰੱਖਦਾ ਤੁਹਾਡਾ, ਪਰ ਉਹਦੇ ਉੱਤੇ ਭਰੋਸਾ ਚਾਹੀਦਾ। ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ। ਦੂਸਰੀ ਗੱਲ ਜਿਹੜੀ ਆਪ ਜੀ ਨੇ ਕਿ ਵੇਖੋ, ਸਮੇਂ ਦੇ ਹਾਣੀ ਬਣ ਕੇ ਤੁਰਨਾ ਪੈਂਦਾ ਈ। ਆਪਾਂ ਜਿਹੜੇ ਕਲਾਕਾਰਾਂ ਨੂੰ ਵੇਖਦੇ ਆ ਜਾਂ ਜੋ ਵੀ ਆ, ਉਹਨਾਂ ਨੇ ਵੀ ਸਮੇਂ-ਸਮੇਂ ਬਦਲਾਅ ਕੀਤੇ, ਪਰ ਬਦਲਾਅ ਏਡਾ ਨਹੀਂ ਹੋ ਜਾਣਾ ਚਾਹੀਦਾ ਵੀ ਉਹਦੇ ਵਿੱਚ ਜਿਹੜੀ ਤੁਹਾਡੀ ਜਾਣੀ ਕਿ ਜੜ ਆ, ਉਹ ਜੜ ਹੀ ਨਾ ਰਹਿ ਜਾਏ। ਜੀ, ਜੜ ਜ਼ਰੂਰੀ ਏ। ਹੁਣ ਅਸੀਂ ਵੀ ਨਗਮੇ ਗਾਏ ਆ, ਢਾਡੀ ਸਿੰਘ ਗਾਉਂਦੇ ਨੇ, ਪਰ ਪੁਰਾਤਨ ਸਾਰੀਆਂ ਬੰਦਸ਼ਾਂ ਜਿੰਨੇ ਮੇਰੇ ਸਾਥੀ ਸਨ, ਜੇ ਉਹ ਗਾ ਲੈਂਦੇ ਸਨ ਠੀਕ, ਨਹੀਂ ਤੇ ਉਹਨਾਂ ਨੂੰ ਕਰਵਾਈਆਂ ਜਾਂਦੀਆਂ ਨੇ ਅੱਜ ਵੀ। ਉਹ ਜੜ ਨਹੀਂ ਛੱਡਣੀ, ਜੜ ਸਾਡੀ ਮਜ਼ਬੂਤ ਹੋਣੀ ਚਾਹੀਦੀ। ਦੇਖੋ, ਇੱਕ ਹੈ ਗੁਰਮਤਿ ਸੰਗੀਤ, ਜਿਹੜਾ ਰਾਗਾਂ ਤੇ ਨਿਰਧਾਰਤ, ਸ੍ਰੀ ਰਾਗ ਮਾਝ ਗੌੜੀ, ਆਸਾ ਸੰਗ ਭਈ ਬੌਰੀ, ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਜੈ ਜੈ ਬੰਤੀ ਗੁਣ ਗਾਇਓ ਹੈ। ਜਾਣੀ ਕਿ 31 ਰਾਗ, 31 ਪ੍ਰਕਾਰ ਰਾਗਾਂ ਦਾ ਜ਼ਿਕਰ। ਗੁਰੂ ਗੋਬਿੰਦ ਸਿੰਘ ਜੀ ਨੇ ਤੇ ਹਜ਼ਾਰਾਂ ਰਾਗਾਂ ਦਾ ਜ਼ਿਕਰ ਕੀਤਾ ਸਰਬਲੋਜੀ ਵਿੱਚ। ਜਿਹੜੀ ਢਾਡੀ ਗਾਇਕੀ ਹੈ ਨਾ ਟਹਿਣਾ ਸਾਹਿਬ, ਇਹ ਹੈਗੀ ਫੋਕ ਗਾਇਕੀ। ਹੁਣ ਫੋਕ ਕੀ ਆ? ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੁਨਾਂ ਚੜਾਈਆਂ ਗਈਆਂ। ਟੁੰਡੇ ਅਸ ਰਾਜੇ ਦੀ ਧੁਨੀ, ਉਹ ਰਾਜਾ ਟੁੰਡਾ। ਹੁਣ ਮੈਂ ਉਹ ਧੁਨਾਂ ਬਾਰੇ ਬੋਲਾਂ ਜਾਂ ਰਾਜਿਆਂ ਉਹਨਾਂ ਦੇ ਇਤਿਹਾਸ ਬਾਰੇ ਬੋਲਾਂ, ਲੰਬਾ ਹੋ ਜਾਏਗਾ। ਉਹ ਮਲਕ ਮਰੀਦ, ਚੰਦਰਹੜਾ, ਸੋਹੀਆ, ਉਹ ਸਮੇਂ ਦੀਆਂ ਤਰਜ਼ਾਂ ਹੀ ਨੇ, ਬੰਦਸ਼ਾਂ ਨੇ। ਬੰਦਸ਼ ਕਹਿ ਲਓ, ਧੁਨੀ ਕਹਿ ਲਓ। ਸੰਗਤ ਅੱਜ ਮਹਾਰਾਜ ਮਿਹਰ ਕਰ ਰਿਹਾ, ਦਰਬਾਰ ਸਾਹਿਬ ਦੇ ਵਿੱਚ ਤਾਂਤੀ ਸਾਜ਼ ਇੱਕ ਵੇਲੇ ਖਤਮ ਸੀ, ਅੱਜ ਮੁੜ ਕੇ ਆ ਗਿਆ। ਪਰ ਕਈ ਐਸੇ ਰਾਗੀ ਵੀ ਨੇ, ਉਹ ਸਾਰੇ ਦਾ ਸਾਰਾ ਕੀਰਤਨ ਤਾਂਤੀ ਸਾਜ਼ਾਂ ਨਾਲ ਕਰ ਸਕਦੇ ਆ, ਪਰ ਅਸੀਂ ਲੋਕ ਹੀ ਉਹਨਾਂ ਨੂੰ ਕਹਿੰਦੇ ਆ ਨਹੀਂ ਜੀ ਰੀਤਾਂ ਸੁਣਾਓ। ਸਮੇਂ ਦੇ ਨਾਲ ਬਦਲਾਅ ਇਹ ਰੀਤਾਂ, ਇੱਕ ਤੇ ਉਹ ਸਰਲ ਸਮਝਦੀਆਂ ਕਿ ਟਿਊਨ ਚੰਗੀ ਲੱਗਦੀ ਆ ਸਮੇਂ ਦੇ ਅਨੁਸਾਰ ਥੋੜਾ, ਕਿਉਂਕਿ ਜਦੋਂ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਅਸੀਂ ਵੇਖਦੇ ਆ, ਉਹ ਬਹੁਤ ਧੀਮੀ ਗਤੀ ਦੇ ਉੱਤੇ, ਜਾਂ ਧੀਮੀ ਗਤੀ ਤੇ ਜਿਵੇਂ ਖਬਰਾਂ ਪੜ੍ਹਦੇ ਹੋ, ਉਹ ਧੀਮੀ ਗਤੀ ਦੀਆਂ ਹੁੰਦੀਆਂ ਸੀ ਨਾ। ਇੱਕ ਹੁਣ ਫਾਸਟ ਤੁਹਾਨੂੰ ਵੀ ਹੁਣ ਤੇਜ਼ ਕਰਕੇ ਪੜ੍ਹਨੀਆਂ ਪੈਣੀਆਂ ਵੀ ਥੋੜੇ ਸਮੇਂ ਵਿੱਚ ਬਹੁਤਾ ਸੁਣਾ ਦਈਏ। ਸਾਡੇ ਨਾਲ ਵੀ ਅੱਜ ਇਹ ਕੁਝ ਹੋ ਰਿਹਾ। ਉਹ ਲੋਕ ਕਹਿੰਦੇ ਵੀ ਘੰਟਾ 1 ਲਾਓ ਜਾਂ 1.5 ਲਾਓ, 2 ਲਾਓ, ਪਰ ਇਹਦੇ ਵਿੱਚ 10 ਘੰਟੇ ਦਾ ਮਟੀਰੀਅਲ ਸਾਨੂੰ ਸਰਵਣ ਕਰਵਾ ਦਿਓ। ਉਹਦੇ ਲਈ ਤੇਜ਼ੀ ਕਰਨੀ ਪਏਗੀ, ਜਾਂ ਉਹਦੇ ਲਈ ਕਿਤੇ ਨਾ ਕਿਤੇ ਟਾਈਮ ਤੇ ਸਮਾਂ ਤੇ ਓਨਾ ਹੀ ਆ,
ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਉਹ ਸਮਾਂ ਤੇ ਉਹਨਾਂ ਹੀ ਆ। ਪਰ ਸਵਾਲ ਇੱਕ ਹੋਰ ਇਹ ਵੀ ਹੈ ਬਈ ਪਿਛਲੇ ਕੁਝ ਕੁ ਸਮੇਂ ਤੋਂ ਦੋਸ਼ ਲੱਗਦੇ ਆ ਕਿ ਜਿਹੜੇ ਕੀਰਤਨ ਕਰਨ ਵਾਲੇ ਭਾਈ ਸਾਹਿਬ ਨੇ ਜਾਂ ਜਿਹੜੇ ਕਵੀਸ਼ਰ ਨੇ, ਢਾਡੀ ਨੇ, ਉਹ ਵੀ ਲੋਕਾਂ ਦੇ ਕੰਨ ਦੇ ਵਿੱਚ ਰਸ ਪਾਉਣ ਦੇ ਲਈ ਕੁਝ ਕੁ ਆਪੇ ਬਣਾਈਆਂ ਗੱਲਾਂ ਦੀ ਪੇਸ਼ਕਾਰੀ ਕਰ ਦਿੰਦੇ ਆ, ਕੁਝ ਕੁ ਆਪੇ ਘੜੀਆਂ ਕਹਾਣੀਆਂ ਦੀ ਪੇਸ਼ਕਾਰੀ ਕਰ ਦਿੰਦੇ ਜਿਹੜੀਆਂ ਕਿ ਸਿੱਖ ਧਰਮ ਦੇ ਨਾਲ, ਸਿੱਖੀ ਦੇ ਨਾਲ ਸੰਬੰਧਿਤ ਨਹੀਂ ਹੁੰਦੀਆਂ। ਇਹਦੇ ਬਾਰੇ ਕੀ ਕਹੋਗੇ? ਨਹੀਂ ਦੇਖੋ, ਜਿਹੜੀਆਂ ਮਨ ਘੜਤ ਗੱਲਾਂ, ਆਪੇ ਘੜੀ ਦਾ ਮਤਲਬ ਮਨ ਦੀ ਮਨ ਘੜਤ ਗੱਲ ਤੇ ਨਹੀਂ ਕਰਨੀ ਚਾਹੀਦੀ। ਸਾਡੇ ਕੋਲ ਏਡਾ ਵੱਡਾ ਖਜ਼ਾਨਾ ਸਾਡੇ ਪੁਰਖਿਆਂ ਦਾ, ਉਹ ਤਾਂ ਅਸੀਂ ਖੋਲ ਹੀ ਨਹੀਂ ਸਕੇ ਹਾਲੇ। ਇੱਕ ਮੈਂ ਮੁਆਫੀ ਚਾਹੁੰਦਾ, ਜਿਹੜਾ ਗ੍ਰੰਥ ਆ ਉਨਤੇ ਅੱਜ ਬੇਲੋੜਾ, ਬੇਤੁਕਾ, ਬੇਮਤਲਬ ਦਾ ਅਸੀਂ ਵਿਵਾਦ ਸ਼ੁਰੂ ਕਰ ਦਿੱਤਾ। ਵਿਵਾਦ ਤੇ ਪਹਿਲਾਂ ਹੀ ਬੜੇ ਸਾਡੇ ਵਿੱਚ, ਨਵੇਂ ਕਿਉਂ ਸ਼ੁਰੂ ਕੀਤੇ ਜਾ ਰਹੇ ਆ? ਇਹਦਾ ਮਤਲਬ ਕੋਈ ਨਾ ਕੋਈ ਤੇ ਐਸਾ ਹੈ ਜਿਹੜਾ ਚਾਹੁੰਦਾ ਹੈ ਵਿਵਾਦਾਂ 'ਚ ਘਿਰੇ ਰਹਿਣ, ਇਹ ਚੰਗੀ ਡਾਇਰੈਕਸ਼ਨ ਵੱਲ ਨਾ ਜਾ ਸਕਣ, ਇਹ ਅੱਗੇ ਨਾ ਵੱਧ ਸਕਣ। ਇਹ ਰਾਜ ਕਰੇਗਾ ਖਾਲਸਾ ਸਿਰਫ ਗੁਰਦੁਆਰਿਆਂ ਵਿੱਚ ਪੜਨ ਜੋਗੇ ਰਹਿ ਜਾਣ। ਔਰ ਸੱਚਾਈ ਵੀ ਇਹ ਆ, ਰਾਜ ਕਰੇਗਾ ਖਾਲਸਾ ਇਦਾਂ ਥੋੜੀ। ਮਹਾਰਾਜ ਕਹਿੰਦੇ ਉਹ ਕਹੂ ਕਿਸੇ ਕੋ ਰਾਜ ਨਾ ਦੈ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਕੋਈ ਥਾਲੀ 'ਚ ਪਰੋਸ ਕੇ ਰਾਜ ਥੋੜੀ ਦਿੰਦਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਮਿਸਲਾਂ ਨੇ ਸਾਡੀਆਂ, ਔਰ ਮਿਸਲਾਂ ਦੀ ਵੰਡ ਜਦੋਂ ਘੱਲੂਘਾਰੇ ਵਰਤਦੇ ਆ, ਉੱਥੇ ਉਹ ਕਹਿੰਦੇ ਵੀ ਆਪੋ ਆਪਣੀਆਂ ਮਿਸਲਾਂ ਜਿਹੜੇ ਆਪੋ ਆਪਣੇ ਜਥਿਆਂ 'ਚ ਲੜੋ, ਤੇ ਵੱਡੇ ਬਜ਼ੁਰਗ ਕਹਿੰਦੇ ਓਏ ਹੁਣ ਮਿਸਲਾਂ ਦੀ ਵੰਡ ਨਾ ਪਾਓ, ਹੁਣ ਇਕੱਠੇ ਹੋ ਕੇ ਲੜੋ। ਅੱਜ ਵੀ ਜੋ ਚੁਣੌਤੀਆਂ ਨੇ, ਵੇਖੋ, ਬੇਸ਼ੱਕ ਤੁਸੀਂ ਹੋ, ਬੇਸ਼ੱਕ ਇਹ ਮੇਰੀ ਭੈਣ ਆ ਹਰਮੰਥਨ ਜੀ ਟਹਿਣਾ ਸਾਹਿਬ ਨੇ, ਜਾਂ ਤਰਸੇਮ ਸਿੰਘ ਮੋਹਰਾਂ ਵਾਲੀ ਆ, ਜਾਂ ਇਹ ਵੀਰਾ, ਜਾਂ ਸਾਡੇ ਰਾਗੀ, ਢਾਡੀ, ਪ੍ਰਚਾਰਕ, ਕਵੀਸ਼ਰ, ਜਾਂ ਗੁਰਮੁਖ ਪਿਆਰਿਓ ਨਿਹੰਗ ਸਿੰਘ, ਜਾਂ ਕਿਤੇ ਆਪਣੀਆਂ ਜਿਹੜੀਆਂ ਸਾਡੀਆਂ ਕਮੇਟੀਆਂ, ਸਿੰਘ ਸਭਾਵਾਂ, ਕੱਲੇ ਕੱਲੇ ਰਹਿ ਜਾਓਗੇ ਨਾ, ਕੱਲੀ ਉਂਗਲੀ ਐ ਕਿਸੇ ਦੇ ਮਾਰੋ, ਇਹ ਆਪਣੀ ਉਂਗਲ ਟੁੱਟਦੀ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ। ਐ ਦੇਖੋ, ਜੋ ਇਕੱਠੇ ਹੋ ਗਏ, ਬਿਲਕੁਲ ਜਦੋਂ ਏਕੇ ਵਿੱਚ ਬਰਕਤ ਆ ਨਾ, ਅੱਜ ਇੱਕ ਹੋਣ ਦੀ ਲੋੜ ਹੈ। ਜਿਹੜੇ ਦੇਖੋ, ਮੈਂ ਫਿਰ ਬੇਨਤੀ ਕਰਾਂ, ਮਨ ਘੜਤ ਗੱਲਾਂ ਦੀ ਗੱਲ ਕੀਤੀ, ਉਹ ਕਿਉਂ ਕਰਨੀਆਂ? ਜਦੋਂ ਸਾਡੇ ਕੋਲ ਗ੍ਰੰਥ ਹੈਗੇ ਆ, ਉਹ ਪੁਰਾਤਨ ਗ੍ਰੰਥ, ਉਹਨਾਂ ਨੂੰ ਨਿੰਦੋ ਨਾ। ਸਮੇਂ ਦੇ ਨਾਲ ਉਹਨਾਂ ਜੋ ਕੁਝ ਕੀਤਾ ਉਹਦੇ ਵਿੱਚ ਤਬਦੀਲੀ ਵੀ ਕਰਨੀ ਚਾਹੁੰਦਾ, ਮਿਲ ਬੈਠ ਕੇ ਵਿਚਾਰੋ। ਮੈਂ ਇਸੇ ਗੱਲ ਦੇ ਉੱਤੇ ਆਉਣ ਲੱਗਾ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ ਸਵਾਲ ਚੁੱਕੇ। ਉਹਨਾਂ ਨੇ ਇਹ ਗੱਲ ਕਹੀ ਕਿ ਗੁਰੂ ਸਾਹਿਬਾਨ ਦੇ ਮੁਤਲਕ ਇਹਦੇ ਵਿੱਚ ਗਲਤ ਕੁਝ ਲਿਖਿਆ ਗਿਆ, ਮਾਈ ਭਾਗੋ ਦੇ ਬਾਰੇ ਗਲਤ ਕੁਝ ਲਿਖਿਆ ਗਿਆ, ਹੋਰ ਵੱਖ-ਵੱਖ ਬਹੁਤ ਸਾਰੀਆਂ ਗਲਤ ਪੇਸ਼ਕਾਰੀਆਂ ਜਿਹੜੀਆਂ ਕਿ ਅੱਜ ਸਮੇਂ ਦੀਆਂ ਤਰਕ ਦੀਆਂ ਹਾਣੀ ਨਹੀਂ। ਪਰ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਮਿਲ ਬੈਠ ਕੇ ਉਹਨਾਂ ਗ੍ਰੰਥਾਂ ਦੇ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ? ਜਿਹੜੀਆਂ ਸਾਡੇ ਗੁਰੂ ਸਾਹਿਬਾਨ ਦੇ ਪ੍ਰਤੀ ਗਲਤ ਗੱਲਾਂ ਲਿਖੀਆਂ ਗਈਆਂ, ਉਹਨਾਂ ਨੂੰ ਕਿਉਂ ਨਹੀਂ ਵਿੱਚੋਂ ਕੱਟਿਆ ਜਾ ਸਕਦਾ? ਇਹਦੇ ਉੱਤੇ ਵਿਵਾਦ ਚਾਹੀਦਾ ਹੀ ਨਹੀਂਗਾ। ਗੱਲ ਤਾਂ ਸਹੀ ਕਹਿ ਰਹੇ ਆ ਇਸ ਹਿਸਾਬ ਨਾਲ ਉਹ। ਨਹੀਂ, ਵੇਖੋ, ਮੇਰਾ ਬਚਨ ਸੁਣੋ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਚਲੋ ਜਿਨ੍ਹਾਂ ਦੇ ਨਾਂ ਲਏ ਹੋ ਤੁਸੀਂ, ਜੋ ਮਸਲੇ ਚੱਲ ਰਹੇ ਮੈਂ ਉਹਨਾਂ 'ਚ ਨਹੀਂ ਪੈਣਾ ਚਾਹੁੰਦਾ, ਪਰ ਭਾਈ ਵੀਰ ਸਿੰਘ ਜੀ, ਕੀ ਅਸੀਂ ਇੰਨੇ ਅੱਜ ਸਿਆਣੇ ਹੋ ਗਏ ਆ ਕਿ ਭਾਈ ਵੀਰ ਸਿੰਘ ਜੀ ਤੋਂ ਅੱਗੇ ਲੰਘ ਗਏ? ਭਾਈ ਵੀਰ ਸਿੰਘ ਜੀ ਨੇ ਉਹ ਸਾਰਾ ਬਾਚਿਆ ਹੋਇਆ, ਔਰ ਜਿੱਥੇ ਕੁਛ ਲੱਗਾ ਉਹਨੇ ਥੱਲੇ ਨੋਟ ਬਣਾਏ ਹੋਏ ਆ। ਉਹ ਜਿਹੜੀਆਂ ਗੱਲਾਂ ਸੀ ਉਹ ਤੇ ਉਦਾਂ ਬਹਿ ਕੇ ਵਿਚਾਰ ਰਹੀਆਂ ਸੀ ਕਿ ਉਹਨਾਂ ਨੂੰ ਕੋਠੇ ਚੜ੍ਹ ਕੇ ਰੌਲਾ ਪਾਉਣਾ ਸੀ। ਆਪਣੇ ਢਿੱਡ ਨੰਗਾ ਹੁੰਦਾ ਜੋ ਝੱਗਾ ਚੁੱਕਦੇ ਹੋ, ਪਰ ਸੂਰਜ ਪ੍ਰਕਾਸ਼ ਨੂੰ ਨਿੰਦਣ ਦੀ ਗੱਲ ਜਿਹੜੀ ਕਰਦੇ ਹੋ, ਜਾਂ ਉਹਦੇ ਚ ਕਹਿ ਰਹੇ ਹੋ ਕੁਝ ਵੀ ਚੰਗਾ ਨਹੀਂ, ਉਹਨੂੰ ਰੱਦ ਕਰਨ ਦੀ ਗੱਲ ਕਰ। ਤੁਹਾਡੇ ਕੋਲ ਕੀ ਆ? ਸਾਡੇ ਕੋਲ ਸਰੋਤ ਕੀ ਆ? ਵੇਖੋ, ਸੂਰਜ ਪ੍ਰਕਾਸ਼ ਕਹਿੰਦਾ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ, ਪਾਪ ਹੀ ਪ੍ਰਪਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ, ਸਾਹਿਤ विधान की, देवी देव देहो रे संतोष संगा दूर होते, रीत मिट जाती, कथा बेदन पुराण की, श्री गुरु गोबिंद सिंह पावन परम सूर, मूर्ति ना होती जो पे करुणा निधान की। सूरज प्रकाश ਦਾ ਤਾਂ ਅਸੀਂ ਦੇਣ ਹੀ ਨਹੀਂ ਦੇ ਸਕਦੇ। ਉਹ ਪਾਟੀ ਪੱਗ ਸੀ ਉਸ ਦੀ, ਅਸੀਂ ਉਸ ਗੁਰੂ ਕੇ ਲਾਲ ਨੂੰ ਨਿੰਦਿਆ ਵਾਲੇ ਪਾਸੇ ਲੈ ਕੇ ਨਾ ਤੁਰੀਏ। ਤੇ ਉਹਨੇ ਕਿੱਥੇ ਕਿਹਾ ਵੀ ਮੈਂ ਜੋ ਕੁਝ ਲਿਖ ਦਿੱਤਾ ਉਹਦੇ ਵਾਸਤੇ ਪਾਲਕੀ ਗਈ ਸੀ ਭਾਈ ਸਾਹਿਬ ਵਾਸਤੇ, ਉਹ ਚੜੇ ਨਹੀਂ ਸੀ। ਕਹਿੰਦੇ ਮੈਂ ਐਡਾ ਯੋਗ ਨਹੀਂ, ਐਡੀਆਂ ਜਿਲਤਾਂ ਲਿਖ ਦਿੱਤੀਆਂ ਕਿ ਉਹ ਅਸੀਂ ਸਾਰੀਆਂ ਪੜ੍ਹ ਲਈਆਂ। ਵੇਖੋ, ਕਿਸੇ ਇੱਕ ਚੀਜ਼ ਨੂੰ, ਛੋਟੀ ਜਿਹੀ ਨੂੰ ਲੈ ਕੇ ਨਿੰਦ ਦੇਣਾ, ਜਿਵੇਂ ਹੁਣ 10ਵੇਂ ਮਹਾਰਾਜ ਦੀ ਬਾਣੀ ਆ, ਉਹਦੇ ਵਿੱਚ ਥੋੜੀ ਜਿਹੀ ਗੱਲ ਨੂੰ ਲੈ ਕੇ ਉਹ ਨਾ ਸਮਝੀ, ਨਾ ਪੜ੍ਹੀ, ਨਾ ਵਿਚਾਰੀ ਕਈ ਕਹਿੰਦੇ ਜੀ 10 ਗ੍ਰੰਥ ਬਾਰੇ ਦੱਸੋ। ਜਦੋਂ ਉਹਨੇ ਪੁੱਛੀਦਾ ਪੜ੍ਹਿਆ ਨਹੀਂ ਜੀ, ਸੁਣਿਆ ਨਹੀਂ ਜੀ, ਫਿਰ ਤੁਸੀਂ ਵਿਚਾਰ ਕਰਨ ਕਿਹਦੇ ਲਈ ਆ ਗਏ? ਨਹੀਂ, ਪਰ ਤੁਸੀਂ ਇਹ ਮੰਨਦੇ ਹੋ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕੁਝ ਗਲਤ, ਜੋ ਉਹ ਕਹਿੰਦੇ ਨੇ ਬਾਰ-ਬਾਰ ਕਿ ਮਾਈ ਭਾਗੋ ਜੀ ਬਾਰੇ ਚ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਗਲਤ ਸ਼ਬਦਾਵਲੀ ਵਰਤੀ। ਇੱਕ ਮਿੰਟ ਸੁਣੋ, ਪਰ ਉਹਦੇ ਵਿੱਚ ਜਦੋਂ ਆ ਚੱਲਿਆ ਸਾਰਾ ਮਸਲਾ ਮਾਤਾ ਭਾਗੋ ਜੀ ਵਾਲਾ, ਉਹ ਜਦੋਂ ਵਿਦਵਾਨਾਂ ਨੇ ਸਾਰਾ ਕੁਝ ਦੱਸਿਆ, ਉਹ ਤੇ ਗੱਲ ਨਿਕਲੀ ਨਹੀਂ ਜਿਹੜੀ ਉਹ ਕਹੀ ਜਾ ਰਹੀ ਹੈ। ਪਰ ਗੁਰੂ ਸਾਹਿਬਾਨ ਦੇ ਕਈ ਵਿਆਹ ਦਰਸਾਉਣੇ, ਇਹ ਗੱਲ ਸਹੀ ਹੈ ਜੀ। ਗੁਰੂ ਸਾਹਿਬ ਦੇ ਜੋ ਦੇਖੋ ਹੁਣ ਅਸਥਾਨ ਬਣੇ ਹੋਏ ਆ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਤਿੰਨ ਮਹਿਲ ਨੇ ਉਹਨਾਂ ਦੇ। ਮਾਤਾ ਜੀਤੋ ਜੀ ਉਹ ਉਹਨਾਂ ਦੇ ਹੁੰਦਿਆਂ ਚੜ੍ਹਾਈ ਕਰ ਜਾਂਦੇ ਆਨੰਦਪੁਰ ਸਾਹਿਬ, ਜਿੱਥੇ ਉਹ ਚੜ੍ਹਾਈ ਕੀਤੀ ਉਹ ਆਪਣੇ ਕੋਲ ਸਥਾਨ ਆ। ਮਾਤਾ ਸੁੰਦਰੀ ਜੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ 40 ਸਾਲ ਬਾਅਦ ਤੱਕ ਰਹੇ ਆ। ਉਹ ਦਿੱਲੀ ਦੇ ਵਿੱਚ ਦਿੱਲੀ ਪ੍ਰਬੰਧਕ ਕਮੇਟੀ ਇੱਕ ਬੋਡੀ ਆ ਕੋਈ, ਉਹ ਦਿੱਲੀ ਕਮੇਟੀ ਕੋਲ ਬਾਲਾ ਸਾਹਿਬ ਅਸਥਾਨ ਆ। ਮਾਤਾ ਸਾਹਿਬ ਦੇਵਾਂ ਜੀ ਉਹਨੇ ਆਪਣੇ ਨਾਮ ਦੇ ਨਾਲ ਇਹੀ ਰੱਖਿਆ। ਹੁਕਮਨਾਮੇ ਜਿੰਨੇ ਵੀ ਮਾਤਾ ਸਾਹਿਬ ਦੇਵਾਂ ਜੀ ਖਾਲਸੇ ਦੇ ਮਾਤਾ ਜੀ, ਮਾਤਾ ਸਾਹਿਬ ਕੌਰ ਜੀ ਕਹਿ ਲਓ, ਉਹਨਾਂ ਦਾ ਸਥਾਨ ਆ ਦੱਖਣ ਨਦੇੜ। ਉਹਨਾਂ ਨੂੰ ਕਲਗੀਧਰ ਜੀ ਨੇ ਆਪ ਘੱਲਿਆ। ਉਹ ਬਾਅਦ ਦੇ ਵਿੱਚ ਉਹਦੇ ਆਪਣੇ ਸਰੀਰ ਛੱਡਦੇ ਆ ਵੀ ਆਪਾਂ ਉਹ ਅਸਥਾਨ ਬਣੇ ਗੁਰਦੁਆਰੇ ਆਪਾਂ ਹੁਣ ਢਾ ਦਿਆਂਗੇ ਜੀ। ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲਾਂ ਦੇ ਉਹਨਾਂ ਦੇ ਜਿਹੜੇ ਅਸਥਾਨ ਆ ਉਹ 3 ਮਹਿਲ ਉਹਨਾਂ ਦੇ ਵੀ। ਵੀਰੋ ਗੱਲ ਸੁਣ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹੇ ਆਸਾ ਕਾਰ ਕਮਾਵੋ। ਮਹਾਰਾਜਾ ਰਣਜੀਤ ਸਿੰਘ ਸਾਡਾ ਰਾਜਾ ਹੋਇਆ, ਮਹਾਰਾਣੀ ਜਿੰਦਾ ਦਾ ਤਾਂ ਉਹਦਾ ਕਿੰਨਾ ਫਰਕ ਸੀ। ਇੱਕ ਵਚਨ ਚੇਤੇ ਰੱਖਿਓ, ਸਾਡਾ ਦੁਖਾਂਤ ਆ ਇਹ ਜਿਹੜੇ ਜਾਣ ਬੁੱਝ ਕੇ ਸਾਨੂੰ ਉਲਝਾਇਆ ਜਾ ਰਿਹਾ ਵੀ ਉਲਝੇ ਰਹਿਣ, ਇਹ ਕਿਤੇ ਚੰਗੀ ਸੋਚ ਲੈ ਕੇ ਅੱਗੇ ਨੂੰ ਨਾ ਤੁਰ ਪਣ। ਇਹਨਾਂ ਦਾ ਰਾਜ ਖੁੱਸਾ ਭਾਗ ਖੁੱਸਾ। ਪਰ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਯਕੀਨ ਆਪਾਂ ਕਿਉਂ ਨਾ ਕਰੀਏ? ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਪਵਿੱਤਰ ਜੀ, ਸਿਰਫ ਉਹਨਾਂ ਦੇ ਉੱਤੇ ਆਸਥਾ ਕਿਉਂ ਨਾ ਰੱਖੀਏ? ਹੁਣ ਚਲੋ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਾਂ ਆਸਥਾ ਰੱਖਦੇ ਹਾਂ। ਕਿੰਨੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ? 10 ਗੁਰੂਆਂ ਦਾ ਨਹੀਂ ਆਇਆ ਨਾ, 6 ਗੁਰੂ ਸਾਹਿਬਾਨਾਂ ਦਾ ਜੀ। ਤੇ ਹੁਣ ਕੱਲ ਨੂੰ ਇਹੀ ਲੋਕ ਉੱਠ ਕੇ ਕਹਿਣਗੇ ਵੀ ਬਾਕੀ ਤਾਂ ਗੁਰੂ ਹੋਏ ਨਹੀਂ, ਉਹ ਕਿੱਥੋਂ ਵੀ ਅਸੀਂ ਦੱਸਾਂਗੇ ਜੀ। ਅੱਛਾ ਜੀ, ਹੁਣ ਬਾਣੀ ਪੜ੍ਹਦੇ ਤੁਸੀਂ ਜਪਜੀ ਸਾਹਿਬ ਪੜ੍ਹਦੇ ਆ, ਅਰਦਾਸ ਕਿਹੜੀ ਕਰਦੇ ਹੋ? ਪ੍ਰਥਮ ਭਗਉਤੀ ਸਿਮਰਕ ਹੈ, ਉਹ ਕਿੱਥੋਂ ਆ? ਉਹ 10ਵੇਂ ਗ੍ਰੰਥ ਦੇ ਵਿੱਚੋਂ। ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਸਿੱਖਣ ਕੋ ਹੁਕਮ ਹੈ ਜੀ। ਕਿਹਨੇ ਕਿਹਾ ਜੀ? ਗੁਰੂ ਗੋਬਿੰਦ ਸਿੰਘ ਜੀ ਨੇ। ਇਹ ਤੇ ਕੱਲ ਨੂੰ ਇਹ ਵੀ ਕਹਿ ਦੇਣਗੇ ਉਹਨੇ ਨਹੀਂ ਕਿਹਾ, ਕਿਉਂਕਿ ਗ੍ਰੰਥ ਵਿੱਚ ਰੌਲਾ ਹੀ ਪਾਉਂਦੇ ਨਾ। ਹੁਣ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀਰਾ ਜੀ ਗੱਲ ਇਹ ਨਹੀਂ, ਗੱਲ ਸਹਿ ਦੀ ਨਹੀਂ, ਗੱਲ ਪਏ ਦੀ ਆ। ਇਹ ਲੋਕ ਅੱਜ ਬਾਕੀ ਗ੍ਰੰਥਾਂ ਨੂੰ ਭੰਡਦੇ, ਉਹਨਾਂ ਗ੍ਰੰਥਾਂ ਨੂੰ ਨਿੰਦਦੇ, ਉਹਨਾਂ ਗ੍ਰੰਥਾਂ ਨੂੰ ਖਤਮ ਕਰਦੇ। ਕੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਸਤੀ ਨੂੰ ਚੈਲੰਜ ਕਰਨਗੇ, ਕਰਨਾ ਸ਼ੁਰੂ ਕਰ ਦਿੱਤਾ। ਪੇਪਰਾਂ ਦੇ ਵਿੱਚ ਅੱਜ ਗੁਰਿਆਈ ਨੂੰ ਚੈਲੰਜ ਕੀਤਾ ਜਾ ਰਿਹਾ। ਇਹ ਆਪ ਜੀ ਨੂੰ ਬੇਨਤੀ ਆ, ਯਾਦ ਰੱਖਿਓ ਅਰਦਾਸ ਕਿੱਥੋਂ ਆ ਸਾਡੀ? 10ਵੇਂ ਮਹਾਰਾਜ ਜੀ ਦੀ ਬਾਣੀ। ਜਾਪ ਸਾਹਿਬ ਕਿਹੜਾ ਪੜ੍ਹਦੇ ਆ ਅਸੀਂ? ਪਹਿਲਾਂ ਕਹਿੰਦੇ ਸੀ ਨਿਤਨੇਮ ਦੀਆਂ ਬਾਣੀਆਂ ਨੂੰ ਮੰਨਦੇ ਆ, ਜੋ ਵੀ ਮੰਨਣੋਂ ਹਟ ਗਏ। ਉਹ ਕਿੱਥੋਂ ਆਇਆ ਜੀ? ਵੀਰੋ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਨ, ਸਾਰੀ ਸ੍ਰਿਸ਼ਟੀ ਦੇ ਜਿਹੜਾ 10ਵੇਂ ਗ੍ਰੰਥ ਸਾਹਿਬ ਆ, ਜਾਂ ਭਾਈ ਨੰਦ ਲਾਲ ਸਾਹਿਬ, ਭਾਈ ਸਾਹਿਬ, ਭਾਈ ਗੁਰਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਸਰਬਲੋਕ ਦਰਬਾਰ, ਜਿਹਦੇ ਵਿੱਚ ਖਾਲਸੇ ਦੀ ਉਪਮਾ ਖਾਲਸਾ ਮੇਰੋ ਰੂਪ ਹੈ ਖਾਸ, ਇਹ ਕਿੱਥੋਂ ਆਇਆ? ਸਰਬਲੋਕ ਜੀ ਦੇ ਵਿੱਚੋਂ। ਪਰ ਇੱਕ ਸਵਾਲ ਮੋਰਾਵਾਲੀ ਸਾਹਿਬ ਇਹ ਵੀ ਹੈ ਕਿ ਪਿਛਲੇ ਕੁਝ ਕੁ ਸਮੇਂ ਤੋਂ ਨਾ ਕਈ ਤਰ੍ਹਾਂ ਦੇ ਬਿਆਨ ਚੱਲ ਰਹੇ ਆ ਜੀ। ਕੋਈ ਇਹ ਗੱਲ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਮਾਇਣ ਰਚੀ ਆ। ਹਾਂਜੀ ਹੁਣ ਸੁਣੋ ਇੱਥੇ ਦੂਜੇ ਪਾਸੇ ਇਹ ਗੱਲ ਕਹੀ ਜਾਂਦੀ ਆ, ਇਹਦੇ ਬਾਰੇ ਮੇਰਾ ਹੁਣ ਸੁਣ ਲਓ। ਦੇਖੋ 24 ਅਵਤਾਰ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਉਹਦਾ ਨਾਮ ਹੈ ਰਾਮਾ ਅਵਤਾਰ। ਹੁਣ ਸੁਣੋ, ਉਹਦੇ ਬਾਰੇ ਦੱਸ ਦਿੱਤਾ ਵੀ ਇਦਾਂ ਹੋਇਆ, ਇਦਾਂ ਹੋਇਆ, ਇਦਾਂ ਹੋਇਆ ਉਹਨਾਂ ਦੀ ਜ਼ਿੰਦਗੀ ਵਿੱਚ। ਤੇ ਉਹਦਾ ਨਿਚੋੜ ਕੀ ਕੱਢਿਆ? ਰੋਜ਼ ਸਵਈਆ ਪੜ੍ਹਦੇ ਆ ਸਾਰੇ। ਉਹ ਰਾਮਾ ਅਵਤਾਰ ਦੇ ਅਖੀਰ ਦੇ ਵਿੱਚ ਸਵਈਆ ਕਿਹੜਾ? ਸਵਈਆ ਪਾਏ ਗਏ ਜਬ ਤੇ ਤੁਮਰੇ ਜੀ। ਇਹ ਰਾਮਾ ਅਵਤਾਰ ਦੇ ਅਖੀਰ ਦੇ ਵਿੱਚ ਆ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ। ਰਾਮ ਰਹੀਮ पुराण कुरान अनेक कहें मत एक न मान्यो, सिमरत शास्त्र वेद सब बहु भेद कहें हम एक न जान्यो। श्री असपान कृपा तुमरी कर मैं ना कहो सब तोहे वखान्यो। हे सतगुरु हे अकाल पुरख वाहिगुरु जी महाकाल जी, मैं अपने कोल कुछ नहीं कहंदा, मैं ना कहो सब तोहे वखान्यो। ये जिन्ने मर्जी होए आ अख दे थल्ले नहीं मैं इन्हां नूं लैके आउंदा, मैं ਜਦੋਂ ਦਾ ਤੇਰੇ ਚਰਨੀ ਜੁੜ ਗਿਆ। ਖਾਲਸਾ ਅਕਾਲ ਪੁਰਖ ਵਾਹਿਗੁਰੂ ਦਾ ਪਾਸ਼ ਕਿਆ, ਉਹ ਨਿਚੋੜ ਕੀ ਕੱਢਿਆ ਉਹ ਤੇ ਵੇਖੋ। ਇੱਕ ਹੋਰ ਸਵਾਲ ਆ, ਤੁਸੀਂ ਇਸ ਗੱਲ ਨੂੰ ਵਾਜਬ ਮੰਨਦੇ ਹੋ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਰਚੀ, ਤੁਸੀਂ ਇਹਨੂੰ ਸਹੀ ਮੰਨਦੇ ਹੋ? ਇੱਕ ਸਵਾਲ ਹੋਰ ਆ ਕਿ ਗਿਆਨੀ ਇਕਬਾਲ ਸਿੰਘ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਸਿੱਖ ਆ ਜਿਹੜੇ ਉਹ ਲਵ ਕੁਸ਼ ਦੇ ਵੰਸ਼ਜ ਦੇ ਵਿੱਚੋਂ ਆ। ਹਰਮਨ ਜੀ ਵਾਲੇ ਸਵਾਲ ਦਾ ਉੱਤਰ ਵੀ ਤੇ ਮੇਰੇ ਵਾਲੇ ਦਾ ਵੀ ਇਕੱਠਾ ਹੀ ਦੇ। ਇਹ ਹੁਣ ਦੇਖੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਉਹਨੇ ਹੁਣ ਪ੍ਰਧਾਨ ਮੰਤਰੀ ਉਹ ਉਦਾਂ ਦੇ ਸਿੱਖਾਂ ਨੂੰ ਉਹ ਧੱਕ ਕੇ ਪਾਸੇ ਕਰੀ ਜਾ ਰਹੇ ਨੇ। ਉਹ ਉਦੋਂ ਫਿਰ ਸਿੱਖ ਕਿੱਥੇ ਹੁੰਦੇ? ਜੇ ਤੁਸੀਂ ਚਲੋ ਮੰਨਦੇ ਆ, ਅਸੀਂ ਨਹੀਂ ਕਹਿੰਦੇ, ਤੁਸੀਂ ਕਹਿ ਰਹੇ ਹੋ ਵੀ ਮਹਾਰਾਜ ਨੇ ਜੀ ਫਿਰ ਮਹਾਰਾਜ ਦੇ ਪੰਥ ਨਾਲ ਵਿਤਕਰਾ ਕਿਉਂ ਢਾਇਆ ਗਿਆਨ ਗੋਦੜੀ ਗੁਰਦੁਆਰਾ
ਦਿਓ ਫਿਰ ਸਿੱਖਾਂ ਨੂੰ ਗਿਆਨ ਗੋਦੜੀ ਗੁਰਦੁਆਰਾ। ਜੇ ਤੁਸੀਂ ਇਹ ਮੰਨਦੇ ਆ ਵੀ ਨਹੀਂ ਜੀ ਤੁਸੀਂ ਸਾਡੇ ਹੀ ਆ, ਅਸੀਂ ਤੁਹਾਡੇ ਆ, ਫਿਰ ਮੰਗੂ ਮੱਠ ਕਿਉਂ ਢਾਇਆ, ਡਾਂਗ ਮਾਰ ਕਿਉਂ ਢਾਇਆ? ਜਾਣਾ ਸੀ ਹਰ ਕੀ ਪੌੜੀ ਤੇ ਉਹ ਸਿੰਘਾਂ ਨੇ ਦਿੱਲੀ ਤੋਂ, ਤੇ ਉੱਥੇ 4 ਚਫੇਰੇ ਫੋਰਸਾਂ ਲਾਤੀਆਂ। ਇਹ ਦੋਹਰੇ ਮਾਪਦੰਡ ਕਿਉਂ? ਸਾਨੂੰ ਤੁਹਾਨੂੰ ਲੜਾਉਣ ਵਾਸਤੇ ਲਵ ਕੁਸ਼ ਦੀ ਗੱਲ ਕਹਿੰਦੇ ਹੋ। ਉਹ ਕਿੰਨਾ ਚਿਰ ਰਹੇ ਜਥੇਦਾਰ ਇਕਬਾਲ ਸਿੰਘ ਜੀ, ਉਹਨਾਂ ਕਿੱਥੋਂ ਕਿਹਾ? ਵੇਖੋ ਹੁਣ ਖਾਲਸਾ ਜਿਹੜਾ ਨਾ ਇਹ ਸੂਰਜਵੰਸ਼ੀ ਆ, ਸੂਰਜ ਦਾ ਪ੍ਰਤਾਪ ਵਾਂਗੂ ਜਿਵੇਂ ਗਰਮੈਨ ਚੜ੍ਹਦੀ ਕਲਾ ਵਾਲਾ ਯਾਦ ਰੱਖਿਓ। ਔਰ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਫਿਰ ਕਹਾਂ ਉਹ ਜਦੋਂ ਵੀ ਹੁਣ ਚੱਲ ਰਹੀ ਕਥਾ ਆਪਣੀ, ਹੁਣ ਉਹਦਾ ਜਿਹੜਾ ਨਿਚੋੜ ਆ, ਮੈਂ ਫਿਰ ਬੇਨਤੀ ਕਰਾਂ ਜਿਹੜਾ ਵੀ ਮਹਾਰਾਜ ਨੇ ਲਿਖਿਆ ਉਹਦਾ ਜੋ ਨਿਚੋੜ ਐਂਡ ਤੇ ਅਖੀਰ ਚ ਕੱਢਿਆ, ਉਹ ਕੀ ਗਿਆਨੀ ਇਕਬਾਲ ਸਿੰਘ ਜੀ ਨੇ ਉਹ ਨਹੀਂ ਪੜਿਆ? ਉਹ ਮਹਾਰਾਜ ਕਹਿੰਦੇ ਛਤਰੀ ਕੋ ਪੂਤ ਬਾਹਮਣ ਕੋ ਨਹਿ कहता प्यावत है जो करो, अरे और जंजार जितो ग्रह को तो हे त्याग कहाँ चित तामे तरो। अब रीज कह दहो वह हमको जो हों बिनती, कर हाथ कर जोर करो, जब आपकी आओद निदान बने, अत ही रण में तब जूझ मरो। गुरु गोबिंद सिंह जी आ मंगते हैं। और अच्छा चलो लव तो लाहौर, कुसू तो कसूर ਮੰਨਦੇ ਇਹ ਚੱਲੇ। ਉਹਦੇ ਆਪਣੇ ਪਿਓ ਦੇ ਨਾਲ ਉਹਨਾਂ ਦੀ ਬਗਾਵਤ ਆ। ਜੇ ਉਹਨਾਂ ਦਾ ਇਹ ਨਹੀਂ ਮੰਨਿਆ ਉਹਨੂੰ, ਉਹ ਇਤਿਹਾਸ ਨੂੰ। ਵਾਲਮੀਕ ਜੀ ਨਕਾਰਦੇ ਹੋ? ਤੁਸੀਂ ਨਕਾਰਦੇ ਹੋ ਇਸ ਗੱਲ ਨੂੰ? ਦੇਖੋ ਜਿਹੜਾ ਜ਼ਿਕਰ ਗ੍ਰੰਥਾਂ ਵਿੱਚ ਆਇਆ, ਹੁਣ ਬਚਨ ਸੁਣਿਓ, ਪਰ ਜਿਹੜਾ ਖਾਲਸਾ ਹੈ ਇਹ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਿੱਧਾ ਇਹਦਾ ਕਨੈਕਸ਼ਨ ਆ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਸਾਜਿਆ, ਜੇ ਅਸੀਂ ਉੱਥੇ ਹੀ ਡਿੱਗਦੇ ਆ, ਦੇਖੋ ਵੀ ਸਾਡਾ ਵੱਖਰਾਪਨ, ਸਾਡਾ ਨਿਆਰਾਪਨ ਕਿਹੜਾ? ਸਰਵਲੋਜੀ ਵਿੱਚ ਇਹ ਵੀ ਆਇਆ ਵੀ ਜਬਲਾ ਖਾਲਸਾ ਰਹੇ ਨਿਆਰਾ। ਇਹ ਨਾ ਕਹੋ ਵੀ ਅਸੀਂ ਉੱਥੇ ਡਿੱਗੀਏ, ਉੱਥੇ ਜਾਈਏ। ਬਾਕੀ ਸਾਡਾ ਕਿਸੇ ਧਰਮ ਨਾਲ ਬੈਰ ਨਹੀਂ, ਉਹ ਸਾਡਾ ਹਿੰਦੂ ਨਾਲ ਕੋਈ ਬੈਰ ਨਹੀਂ, ਸਭ ਸਾਡੇ ਨੇ, ਕੋਈ ਗੈਰ ਨਹੀਂ। ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ, ਪਰ ਔਖੀਆਂ ਸਰਕਾਰਾਂ ਤੋਂ, ਇਹਨਾਂ ਗੱਲਾਂ ਕਰਕੇ। ਤੇ ਗਾਂ ਦੀ ਗੱਲ, ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ। ਮੋਰਾਵਾਲੀ ਸਾਹਿਬ, ਜ਼ਿੰਦਗੀ ਦੇ ਵਿੱਚ ਕਈ ਵਾਰ ਤੁਸੀਂ ਵੀ ਵਿਵਾਦ ਘਟ ਲਏ। ਉਹ ਵਿਵਾਦ ਸੁਚੇਤ ਜਾਂ ਅਚੇਤ ਅਵਸਥਾ ਦੇ ਵਿੱਚ ਨਾਲ ਜੁੜ ਗਏ। ਤੁਸੀਂ ਇੱਕ ਵਾਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜੀ ਗੱਲ ਵੀ ਕਰਤੀ ਸੀਗੀ, ਬਾਅਦ ਦੇ ਵਿੱਚ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਉਹਦੇ ਉੱਤੇ ਆਈ। ਵੀ ਮੈਂ ਕਦੇ ਕਦੇ ਸੋਚਦਾ ਵੀ ਜਿਹੜੇ ਪ੍ਰਚਾਰਕ ਨੇ, ਜਿਹੜੇ ਢਾਡੀ ਨੇ, ਜਿਹੜੇ ਕਵੀਸ਼ਰ ਨੇ, ਜਿਹੜੇ ਹੋਰ ਇਸ ਵਿਧਾ ਦੇ ਨਾਲ ਜੁੜੇ ਹੋਏ ਲੋਕ ਆ, ਉਹਨਾਂ ਨੂੰ ਇਸ ਚਲੰਤ ਮਾਮਲੇ ਦੇ ਵਿੱਚ ਦਖਲ ਦੇਣ ਦੀ ਤੁਸੀਂ ਲੋੜ ਮਹਿਸੂਸ ਕਰਦੇ ਹੋ? ਤਾਂ ਕਰਦੇ ਹੋ ਜਾਂ ਕੋਈ ਹੋਰ ਕਾਰਨ? ਵੇਖੋ ਕਈ ਵਾਰੀ ਨਾ ਬੰਦਾ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦਾ ਡੇਣਾ ਸਾਹਿਬ। ਕਈ ਵਾਰੀ ਸ਼ੁਰੂਆਤੀ ਦੌਰ ਵਿੱਚ, ਹੁਣ ਜੇ ਸੱਚਾਈ ਏ, ਉਦੋਂ ਵੀ ਨਹੀਂ ਸੀ ਬੋਲਣਾ ਚਾਹੁੰਦਾ। ਉਦੋਂ ਕੁਛ ਤੋਂ ਬੋਲੋ ਜੀ, ਕੁਛ ਤੋਂ ਬੋਲੋ। ਅੱਛਾ। ਉਹ ਕੰਪਨੀਆਂ ਵਾਲੇ ਵੀ ਨਾ, ਉਸ ਵੇਲੇ ਉਹ ਇੱਕੋ ਹੀ ਕੰਪਨੀ ਲਈ ਅਸੀਂ ਤੇ ਰਣਜੀਤ ਸਿੰਘ ਹੋਰੀ ਸੀ। ਅੱਛਾ ਜੀ। ਹਾਂਜੀ। ਪਰ ਦੁੱਖ ਵੀ ਥੋੜਾ ਲੱਗਾ ਸੀ। ਦੁੱਖ ਇਸ ਗੱਲ ਦਾ ਲੱਗਾ ਸੀ ਕਿਉਂਕਿ ਉਹਦੇ ਵਿੱਚ ਜਿਹੜੇ ਬਹੁਤ ਚੰਗੀਆਂ, ਹੁਣ ਸੰਤ ਧਰ ਸਿੰਘ ਜੀ ਵਰਗੀਆਂ ਹਸਤੀਆਂ, ਹੁਣ ਕਾਰ ਸੇਵਾ ਵਾਲਿਆਂ ਨੂੰ ਨਿੰਦੀ ਤੇ ਜਾਂਦੇ ਹੋ। ਮੈਂ ਮਾਫੀ ਚਾਹੁੰਦਾ, ਮੈਂ ਕਈ ਵਾਰੀ ਪ੍ਰੋਗਰਾਮ ਵੇਖਦਾ, ਦੇਖੋ ਸਾਹ ਟੋਲਾ ਕਹਿ ਕੇ ਜਾਂ ਦੂਜਾ ਨਿੰਦ ਦਿੰਦੇ ਆ। ਸਾਰੇ ਹੁਣ ਮਾੜੇ ਥੋੜੀ ਨੇ, ਜਿੰਨੇ ਪੁਲ ਉਹਨਾਂ ਬਣਾਏ। ਹੁਣ ਬਾਬੇ ਆਨੰਦਗੜ੍ਹ ਵਾਲੇ ਨੇ, ਕਾਰ ਸੇਵਾ ਵਾਲੇ, ਮੈਂ ਨਾ ਚਲੋ ਨਾ ਲਵਾਂ, ਸਾਰੇ ਹੀ ਭੂਰੀ ਵਾਲੇ ਨੇ। ਕਾਲਜ ਉਹ ਬਣਾ ਰਿਹਾ ਇਸ ਵੇਲੇ ਸਾਧੂ, ਪੁਲ ਉਹ ਬਣਾ ਰਹੇ ਨੇ, ਜਿਹੜੇ ਕੰਮ ਸਰਕਾਰਾਂ ਤੋਂ ਨਹੀਂ ਹੋਏ। ਹੁਣ ਬਾਕੀ ਗੱਲਾਂ ਛੋੜੋ, ਮੇਰੇ ਪਿੰਡ ਸੀਵਰੇਜ 100 ਸਾਲ ਹੋ ਗਿਆ ਸੀ, ਨਹੀਂ ਪਿਆ। ਮਹਾਰਾਜ ਨੇ ਕਿਰਪਾ ਕੀਤੀ ਆ, ਲੋਕਡਾਊਨ ਦੇ ਦਿਨ ਚੱਲੇ, ਮਹਾਰਾਜ ਦੀ ਰਹਿਮਤ ਹੋ ਗਈ। ਦਾਸ ਵੱਲੋਂ ਪਿੰਡ ਵਾਲਿਆਂ ਨੂੰ ਆਖਿਆ ਗਿਆ, ਉਹਨਾਂ ਨੇ ਅੱਧੇ ਘੰਟੇ ਦੇ ਵਿੱਚ 45-50 ਲੱਖ ਰੁਪਈਆ ਮੈਨੂੰ ਭੇਜਤਾ। ਉਹ ਕੰਮ ਹੋ ਗਿਆ, ਸੇਵਾ ਹੀ ਹੋ ਗਈ। ਏਦਾਂ ਹੀ ਹੁਣ ਇੱਕ ਧਾਰਮਿਕ ਚਿਹਰਾ ਹੀ ਸੀ ਮੈਂ ਵੀ, ਪਰ ਉਹ ਮਹਾਰਾਜ ਨੇ ਉਹ ਲਿਖੀ ਕਰ। ਏਦਾਂ ਹੀ ਉਹ ਜਿਹੜੇ ਕਾਰ ਸੇਵਾ ਵਾਲੇ ਖੱਦਰ ਦੀ ਕੁੜਤੀ ਵਿੱਚ ਬਾਬੇ ਹਰਵੰਸ ਹੋਣੀ ਸਾਰੀ ਜ਼ਿੰਦਗੀ ਕੱਢਤੀ, ਉਹਨਾਂ ਨੂੰ ਉੱਥੇ ਮਾੜਾ ਦਿਖਾਇਆ ਗਿਆ ਸੀ। ਪਰ ਮੈਂ ਜੇ ਅੱਜ ਦੀ ਗੱਲ ਕਰਾਂ ਨਾ, ਬੱਬੂ ਬਾਈ ਟਹਿਣਾ ਸਾਹਿਬ, ਮੇਰਾ ਦਿਲ ਕਰਦਾ ਕਿਤੇ ਸੱਦੋ, ਮੇਰਾ ਉਹਨੂੰ ਮਿਲਣ ਨੂੰ ਦਿਲ ਕਰਦਾ। ਅੱਛਾ। ਉਹ ਕਾਰਨ ਆ, ਉਹ ਬੰਦੇ ਨੇ ਜਿਹੜੀਆਂ ਗੱਲਾਂ ਕਹਿ ਦਿੱਤੀਆਂ ਨਾ, ਅੱਜ ਉਹਦੇ ਗੀਤ ਪਿੱਛੇ ਆਏ, ਉਹਦੇ ਵਿੱਚ ਕਿਤੇ ਹਰੀ ਸਿੰਘ ਨਲੂਆ ਕਿਵੇਂ ਫਿੱਟ ਕੀਤਾ। ਉਹ ਪੰਜਾਬ ਦੀ ਅੱਜ ਰੀਂਗ ਦੀ ਹੋਈ ਨੌਜਵਾਨੀ ਨੂੰ, ਬਲਵਾਨ ਜੋ ਸਾਡਾ ਢਾਡੀਆਂ ਦਾ ਕੰਮ ਆ, ਮਰਦਾਂ ਦਾ ਕੰਮ ਆ, ਮੁਰਦਿਆਂ ਨੂੰ ਵੀ ਮਰਦ ਬਣਾ ਦੇਣਾ। ਉਹ ਜੋ 17 ਲਿਖੀਆਂ, ਉਹਦੇ ਲਈ ਮੈਂ ਉਹਦਾ ਕਾਇਲ ਆ ਜੀ। ਪਰ ਜਦੋਂ ਉਹਨਾਂ ਨੇ ਇਹ ਗੀਤ ਗਾਇਆ ਸੀ ਵੀ ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਤੀ, ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ, ਉਦੋਂ ਫਿਰ ਤੁਹਾਨੂੰ ਦੁੱਖ ਕਿਉਂ ਲੱਗਿਆ ਸੀ? ਤੁਸੀਂ ਕਿਉਂ ਬੋਲੇ ਸੀ? ਉਦੋਂ ਕਹਾਣੀ ਮੈਂ ਉਹੀ ਕਿਹਾ, ਉਹ ਜੋ ਵੀਡੀਓ ਸੀ ਨਾ ਜੀ, ਉਹ ਇਹ ਨਹੀਂ ਸੀ ਮਸਲਾ। ਉਹ ਵੀਡੀਓ, ਉਹਦੇ ਵਿੱਚ ਜਿਹੜੇ ਸਾਧੂ ਸੰਤ ਵਿਖਾਏ ਗਏ ਸੀ,
ਉਹ ਬੱਤੀ ਲਾਉਣ ਵਾਲੇ ਬਾਬੇ ਦੇ ਕਰਕੇ ਨਹੀਂ, ਉਹ ਦੂਸਰੇ ਵੀ ਰਗੜ ਦਿੱਤੇ ਸਾਰੇ। ਤੁਹਾਨੂੰ ਅਫਸੋਸ ਆ ਉਦੋਂ ਵਿਰੋਧ ਤਾਂ ਕਰੀਦਾ? ਹੁਣ ਇਹੀ ਕਹਿ ਲਓ ਫਿਰ। ਹਾਂ ਦੇਖੋ ਨਾ, ਜਦ ਮੇਰਾ ਹੁਣ ਮੈਨੂੰ ਹੀ ਦਿਲ ਕਰਦਾ ਹਾਂ ਵੀ ਮੈਂ ਚਾਹੁੰਦਾ ਵੀ ਇਹੋ ਜਿਹਾ, ਦੇਖੋ ਇਹ ਸ਼ਾਇਰ ਆ ਜਿਹੜੇ ਨਾ, ਸ਼ਾਇਰ ਇਹ ਥੋੜੀ ਹੁੰਦੇ ਆ ਵੀ ਕੱਦੂ ਵਿੱਚ ਡੰਡਾ ਪਾਇਆ, ਡੰਡੇ ਵਿੱਚ ਤਾਰ, ਚੱਲ ਮੇਰੇ ਭਾਈ ਗਰੁੱਪ ਹੋ ਗਿਆ ਤਿਆਰ। ਇਹ ਸ਼ਾਇਰੀ ਥੋੜਾ ਹੁੰਦੀ। ਉਹ ਵੇਖੋ ਤਾਂ ਅਸੀਂ ਬੱਬੂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿੰਨੀਆਂ ਡੂੰਘੀਆਂ ਕੀਤੀਆਂ। ਜਿਵੇਂ ਉਹ ਕਹਿੰਦੇ ਜੀ, ਬੋਤੀ ਉੱਤੇ ਚੜ ਗਏ 2 ਸਿੰਘ ਜੀ, ਜਦੋਂ ਲੱਗਾ ਭਾਰ ਉਹ ਪਈ ਅੜਿੰਗ ਜੀ। ਉਹ ਵਿਚਾਰੀ ਨੂੰ ਹੁਣ ਭਾਰ ਲੱਗਾ, ਅੜਿੰਗੂਗੀ, ਉਹ ਗੀਤ ਥੋੜੀ ਗਾਊਗੀ। ਭਾਰ ਲੱਗਾ ਉਹਨੂੰ, ਤੇ ਹੁਣ ਚਲੋ ਅੜਿੰਗ ਪਈਏ ਤਾਂ ਉਹਨੂੰ ਲੱਗਾ ਭਾਰ ਜੀ। ਥਿੰਦ ਟਹਿਣਾ ਦੱਸਦੇ ਆ ਚੱਜ ਦਾ ਵਿਚਾਰ ਜੀ। ਇਹਦਾ ਜਿੰਨੀ ਮਰਜ਼ੀ ਮੇਰੇ ਤੋਂ ਸ਼ਾਇਰੀ ਕਰਾ ਲਓ, ਟਕਾਲਾ ਤਾਂ ਕਿ ਸਵੇਰ ਤਾਈਂ ਲਾਈ ਰੱਖਿਓ। ਇਹ ਤਾਂ ਰੈਪ ਹੋ ਗਿਆ ਨਾ। ਰੈਪ ਕੀ ਗੈਪ ਹੀ ਆ ਬਸ। ਇਹ ਤੇ ਇਹਨੂੰ ਸ਼ਾਇਰੀ ਨਹੀਂ ਕਹਿੰਦੇ। ਉਹਦੇ ਜਿਹੜੇ ਗੀਤ ਆਏ ਨੇ ਨਾ ਵੀਰ ਦੇ, ਔਰ ਉਹਨੇ ਫਿਲਮਾਂ ਵੀ ਬਣਾਈਆਂ। ਜੋ ਦੁਕਾਨ ਸਾਡਾ ਦਿੱਲੀ 'ਚ ਸਾਡੇ ਨਾਲ ਘਟਿਆ, ਔਰ ਮੈਂ ਦਿਲੋਂ ਦੱਸਾਂ, ਪਹਿਲਾਂ ਵੀ ਕਪੂਰਥਲੇ ਅਸੀਂ ਇਕੱਠੇ ਹੋਣਾ ਸੀ ਕਬੱਡੀ ਟੂਰਨਾਮੈਂਟ ਤੇ, ਮੈਂ ਸਰੋਪਾ ਲੈ ਕੇ ਬੈਠਾ ਰਿਹਾ ਸੀ, ਪਰ ਸਾਨੂੰ ਪ੍ਰੋਗਰਾਮ ਤੇ ਜਾਣਾ ਪੈਣਾ ਸੀ। ਵੇਖੋ ਸੋਚ ਉਹਦੀ ਮੇਰੀ, ਮੈਂ ਇੱਕ ਗੱਲ ਕਹਿਣਾ ਵੀ ਖਾੜਕੂ ਸੋਚ ਆ। ਅਸੀਂ ਮੁਰਦਿਆਂ ਦੇ ਪੁੱਤ ਨਹੀਂ, ਮਰਦਾਂ ਦੇ ਪੋਤਿਆਂ। ਯਾਦ ਰੱਖਿਓ, ਮਰਦ ਕਰਦ ਬਿਨ ਗਰਦ, ਮਰਦ ਬਿਨ ਕਰਦ ਨਕੰਮੀ। ਕਰਦ ਮਰਦ ਕਰਦ ਬਿਨ ਗਰਦ, ਮਰਦ ਬਿਨ ਕਰਦ ਨਕੰਮੀ। ਮਰਦ ਧਰਮ ਦੀ ਛੱਤ, ਕਰਦ ਛੱਤ ਹੇਠਾਂ ਥੰਮੀ। ਮਰਦ ਕਰਦ ਇਤਫਾਕ ਕਰੇ, ਦੁਨੀਆ ਪਲਟਾਵੇ। ਓਏ ਮਰਦ ਕਰਦ ਕੇ ਗੀਤ ਸਦਾ ਕਵੀ ਚਾਤਰ ਗਾਵੇ। ਮਰਦ ਕਰਦ ਕੋ ਲਾਜ ਹੈ, ਜੇ ਮੁਖ ਮੋੜੇ ਖੇਤ ਚੋਂ। ਕਰੇ ਤਹਈਆ ਜੇ ਕਦੇ, ਤਾਂ ਮਰਦ ਤੇਲ ਨਿਕਾਲੇ ਰੇਤ ਚੋਂ। ਉਹ ਵੀਰੇ ਕੁਝ ਕਰਦੇ ਆ। ਹੋਰ ਵੀ ਚੰਗੇ ਸ਼ਾਇਰ ਨੇ, ਜਿਵੇਂ ਤੁਹਾਡੇ ਵੀ ਆਏ ਸੀ, ਉਹ ਜਿਵੇਂ ਵੀਰੇ ਕੋ ਨੀਵੀਂ ਪਾ ਕੇ ਬੋਲਦੇ। ਹਾਂ ਚਰਨ ਜੀ, ਵੀਰੇ ਬੜੀ ਕਿਰਪਾ ਤੇਰੇ ਉੱਤੇ, ਬੜਾ ਸੋਹਣਾ ਲਿਖਦਾ। ਪਰ ਇੱਕ ਬੇਨਤੀ ਆ, ਜੇ ਸਾਡੇ ਵਾਲਾ, ਚਲੋ ਤੂੰ ਤੇ ਵੱਡਾ ਸ਼ਾਇਰ ਏ, ਲੇਖਾ ਕਾਲੀ ਫੂਲਾ ਸਿੰਘ ਲੇਖ ਅੱਜ। ਓਏ ਸੱਦੋ ਕਾਲੀ ਫੂਲਾ ਸਿੰਘ ਬਾਬੇ ਨੂੰ ਆਵੇ, ਸੱਦ ਲੋ ਕਿਧਰੋਂ ਮਹਾਰਾਜਾ ਰਣਜੀਤ ਸਿੰਘ ਨੂੰ, ਮੁੜ ਆ ਕੇ ਇਸ ਧਰਤ ਦੇ ਉੱਤੇ ਓਏ ਖਾਲਸਾ ਰਾਜ ਬਣਾਵੇ। ਸੱਦ ਲੋ ਵੀਰੋ, ਪਾਲੋ ਵਾਸਤੇ। ਸਾਡੇ ਕੋਲੋਂ ਤਾਂ ਨਹੀਂ, ਚਲੋ ਅਸੀਂ ਤੇ ਇਹ ਵੀ ਕਹਿੰਦੇ ਆ ਵੀ ਜੇ ਉਹ ਯੋਧਾ ਇੱਥੇ ਹੁੰਦਾ ਤੇ ਆ ਰਸੇ ਰੁਸੇ ਵਾਲਾ ਜੰਮਦਾ ਹੀ ਨਾ, ਤੇ ਕੋਈ ਨੂਰ ਮਹਿਲ ਦੂਜਾ ਤੀਜਾ, ਇਹ ਵੀ ਸਾਡੀ ਮਰਿਆਦਾ ਭੰਨਦਾ ਨਾ। ਹੁੰਦੀ ਨਾ ਇੱਥੇ ਮਨਮਤ, ਗੂੰਜਾਂ ਪੈਂਦੀਆਂ ਗੁਰੂ ਗ੍ਰੰਥ ਦੀਆਂ। ਸੱਚ ਕਹਿ ਦਿਆਂ, ਸਿੱਖ ਪੰਥ ਨੂੰ ਅੱਜ ਵੀ ਲੋੜਾਂ ਭਿੰਡਰਾਂ ਵਾਲੇ ਸੰਤ ਦੀਆਂ, ਅੱਜ ਵੀ ਮਰਦਾਂ ਦੀਆਂ ਲੋੜਾਂ ਨੇ। ਉਹਨਾਂ ਆਪਣੇ ਲਈ ਕੁਝ ਨਹੀਂ ਕੀਤਾ, ਨਿੰਦ ਦੇਣਾ ਬਹੁਤ ਸੌਖਾ। ਉਹਨਾਂ ਦੇਸ਼ ਲਈ, ਕੌਮ ਲਈ, ਪੰਥ ਲਈ ਮੰਗਿਆ। ਔਰ ਰਹਿ ਗਈ ਗੱਲ, ਸਿੱਖਾਂ ਨੇ ਕੀ ਕੀਤਾ? ਜਿਹੜੇ ਕਹਿੰਦੇ ਸਿੱਖਾਂ ਕੀ ਕੀਤਾ, ਓਏ ਅਬਦਾਲੀ ਅਸੀਂ ਭਜਾਇਆ, ਤੇ ਉਹ ਦਿੱਲੀ 'ਚ ਭੋਗ ਵੀ ਪਾਇਆ, ਮੱਸੇ ਦੀ ਧੌਣ ਵੀ ਵੱਢੀ, ਤੇ ਅਸੀਂ ਵੈਦਿਆ ਦੀ ਹਵਾ ਵੀ ਕੱਢੀ। ਜਿੰਦੇ ਸੁਖੇ ਵਰਗੇ ਹੱਥ ਟਿਕਾਣੇ ਪਾਉਂਦੇ ਆ। ਓਏ ਤੁਸੀਂ ਫਿਕਰ ਕਰਿਓ ਨਾ, ਸਾਨੂੰ ਬਦਲੇ ਲੈਣੇ ਆਉਂਦੇ ਆ। ਇਹ ਮਰ ਮੁੱਕ ਨਹੀਂ ਗਈ ਪੰਜਾਬ ਦੀ ਅਣਖ। ਮੋਰਾਵਾਲੀ ਸਾਹਿਬ, ਖਾਣੇ ਕੀ ਹੋ ਤੁਸੀਂ, ਪੀਣੇ ਕੀ ਹੋ ਤੁਸੀਂ? ਇਹ ਗਾਡਰ ਵਰਗੀ ਆਵਾਜ਼ ਕੱਢਦੇ ਹੋ। ਇਹ ਰਾਜ਼ ਇਹ ਜੀ ਮੂੰਗੀ ਦੀ ਦਾਲ ਸਾਧ ਸੰਗਤ ਜੀ, ਸੱਚਾਈ ਜੇ। ਅਸੀਂ ਵੀ ਖਾਣੇ ਤੇ ਤੁਸੀਂ ਘੱਟ ਗੜਕਦੇ ਆ, ਤੁਹਾਡੇ ਤੇ ਮੇਰੇ ਤੋਂ ਵੀ ਵੱਡੇ ਗੜ ਗਏ ਆ। ਦੇਖੋ ਪਰ ਅਸੀਂ ਹੁਣ ਤੜਕ 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 ਕਹਿਣਾ ਸਾਵੇ ਤੇ ਆਪਣਾ ਬਣ ਜਾਂਦਾ। ਇਹ ਬਣਾ ਦਿੱਤਾ। ਜਿਵੇਂ ਕੈਨੇਡਾ ਗਿਆ ਤਾਂ ਥਿੰਨ ਸਾਹਿਬ ਸੀ, ਉਹ ਕਹਿੰਦੇ ਨਾਮ ਨਹੀਂ ਦੱਸਣਾ, ਆਹ ਬੋਲੋ। ਜੋ ਜੈਜੀ ਭਾਜੀ ਵਾਲੇ ਉਹ ਸ਼ੇਰ ਸੀ ਨਾ, ਵੀ ਖੰਡੇ ਦੀ ਧਾਰੋਂ ਸਾਨੂੰ ਜਨਮ ਦੇ ਕੇ ਮੁਕਤੋਂ ਪਰਾਂ ਸਾਡਾ ਲਾ ਦਿੱਤਾ ਡੇਰਾ। ਖੰਡੇ ਦੀ ਧਾਰੋਂ ਜਨਮ ਦੇ ਕੇ ਮੁਕਤੋਂ ਪਰਾਂ ਸਾਡਾ ਲਾ ਦਿੱਤਾ ਡੇਰਾ। ਅੰਮ੍ਰਿਤ ਛਕਾ ਕੇ ਅਮਰ ਕੀਤਾ ਸਾਨੂੰ, ਹਨੇਰੇ ਚੋਂ ਕੱਢਿਆ ਵਿਖਾਇਆ ਸਵੇਰਾ। ਓਏ ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ, ਬੱਜਰ ਕਰੈਤਾਂ ਤੋਂ ਬਚਣਾ ਸਿਖਾਇਆ। ਸਿਰ ਨੂੰ ਰੱਖ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ। ਜੇ ਕਿਤੇ ਸ਼ਾਂਤੀ ਵਿਖਾਉਣੀ ਵੀ ਪੈ ਜਾਏ, ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ। ਜੇ ਲੋੜ ਪੈ ਜਾਏ ਕਿਤੇ ਵੀਰਤਾ ਦੀ, ਫਿਰ ਬਿਨਾਂ ਸਿਰ ਤੋਂ ਲੜ ਕੇ ਵਿਖਾਉਣਾ ਵੀ ਆਉਂਦਾ। ਇਹ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਤਾਰਾਂ, ਧੜਕਦੇ ਕਦੇ ਨਹੀਂ ਖੋਪਰ ਲਹਾਉਂਦੇ। ਓਏ ਲੈ ਜਾਏ ਕੋਈ ਖੋ ਕੇ ਗੈਰਾਂ ਦੇ ਡੋਲੇ, ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ। ਚੜਿਆ ਵੀ ਹਿੰਦ ਤੇ ਕੋਈ ਨਾਦਰ ਦਾ ਚਾਚਾ, ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ। ਮੈਲੀ ਅੱਖੇ ਜੇ ਕੋਈ ਪੰਥ ਵੱਲ ਵੇਖੇ, ਜਾਂ ਮੈਲੀ ਅੱਖੇ ਕੋਈ ਪੰਜਾਬ ਵੱਲ ਵੇਖੇ, ਫਿਰ ਅੱਖ ਸੁਣ ਉਹਦੀਆਂ ਦਾੜਾਂ ਤੇ ਠੋਕਣ ਲਈ ਬਣਿਆ। ਇਹ ਪੰਥ ਜਿਉਂਦਾ ਰਿਹਾ ਹੈ, ਇਹ ਜਿਉਂਦਾ ਰਹੇਗਾ, ਇਹ ਕੜਕਦਾ ਰਿਹਾ ਹੈ, ਇਹ ਕੜਕਦਾ ਰਹੇਗਾ। ਇਹ ਕਲੀਆਂ ਤੋਂ ਕੋਮਲ ਤੇ ਪੱਥਰਾਂ ਤੋਂ ਕਰੜਾ, ਕੜਕਦਾ ਗੜਕਦਾ
ਭੜਕਦਾ ਰਹੇਗਾ। ਇਹ ਦੁੱਖਾਂ ਵਿੱਚ ਸੁੱਖਾਂ ਵਿੱਚ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰੱਕੜਾਂ ਵਿੱਚ ਬੰਜਰਾਂ ਵਿੱਚ ਝਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਹੰਦੀਆਂ ਨੀਆਂ ਵਿੱਚ ਮੁਸ਼ਕਲ ਦੀ ਘੜੀ ਵਿੱਚ ਚਮਕੌਰ ਦੀ ਗੜੀ ਵਿੱਚ ਇੱਕੋ ਜਿਹੀ ਜ਼ਿੰਦਗੀ ਗੁਜ਼ਾਰਨੀ ਜਾਣਦੇ ਆ। ਇਹ ਸੱਚਾਈ ਦੱਸਾਂ, ਉਹ ਜਿਨ੍ਹਾਂ ਬਾਬਿਆਂ ਦਾ ਜਸ ਗਾਉਣੇ ਉਹ ਆਪ ਹੀ ਬੁਲਾ ਲੈਂਦੇ ਆ। ਜੇ ਆਖੀਏ ਨਾ ਵੀ ਕੁਝ ਖਾ ਪੀ ਕੇ ਬੋਲ ਹੋ ਜਾਂਦਾ। ਹੁਣ ਹਾਸੇ ਦੀ ਗੱਲ ਸੁਣਾਉਣਾ, ਆਨੰਦਪੁਰ ਸਾਹਿਬ ਮੈਂ ਤੇ ਇਹਦਾ ਮਾਰਨ ਉੱਥੇ ਕੜਕਦਾ ਗੜਕਦਾ, ਉੱਥੇ ਢਾਡੀ ਸਿੰਘ ਹੋਰ ਵੀ ਬੈਠੇ ਮੇਰੇ ਭਰਾ, ਉਹਨਾਂ ਨਾਲ ਕੋਈ ਸਾਡਾ ਪਿਆਰ ਬੜਾ ਬੈਠਾ। ਉਹ ਕਹਿੰਦਾ ਦੇਖੋ ਕਿੱਦਾਂ ਗੱਜਦੇ ਆ। ਕਹਿੰਦਾ ਗੱਜਣ ਨਾ ਬਾਟਾ ਬਾਟਾ ਤਾਂ ਭੁੱਕੀ ਦਾ ਪੀ ਕੇ ਜਿਹੜੇ ਸਟੇਜ ਤੇ ਵੈਸੇ ਪੀਤੀ ਕਿੰਨੀ ਸੀ? ਹੁਣ ਸੁਣ ਲਓ, ਪੀਤੀ ਸੀ ਪਰ ਭੁੱਕੀ ਨਹੀਂ ਸੀ ਪੀਤੀ। ਉਹ ਸਰਾਈ ਚੋਂ ਪੀਤੀ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪੜਾਉਂਦੇ ਆ। ਉਹ ਸਰਾਈ ਚੋਂ ਪੀਤੀ ਨਹੀਂ, ਪੀਤਾ ਆ। ਪੀਣੀ ਪੀਣੀ ਮੁੜ ਮੁੜ ਆਖੇ ਕਹਿ ਖਾ ਮੈਂ ਪੀਣਾ, ਜਿਨ ਪੀਣੀ ਉਹਨ ਮਰਨਾ ਸਮਝੋ, ਜਿਨ ਪੀਣਾ ਉਹਨ ਜੀਣਾ। ਉਹ ਘੁੱਟ ਛੱਡ ਕੇ ਆਹ ਘੁੱਟ ਪੀ ਲਾ ਅੰਮ੍ਰਿਤ ਵਾਲੇ, ਅਮਰ ਕੋਮਲ ਜੇ ਹੋਣਾ। 2 ਘੁੱਟ ਬਦਲੇ ਭਲਿਆ ਨਾ ਹੋ ਭਲਿਆਂ ਦੇ ਵਿੱਚ ਹੀਣਾ। ਉਹ ਐਵੇਂ ਕੀ ਆ, ਉਹ ਚੀਜ਼ਾਂ ਦੇ ਨਾਲ ਕਿਤੇ ਗਲੇ ਬਣਦੇ ਆ। ਫਿਰ ਸਾਰੇ ਅਮਲੀ ਲਿਆਈਏ ਇਕੱਠੇ ਕਰਕੇ ਰਾਗੀ ਢਾਡੀ ਪ੍ਰਚਾਰਕ ਨਾ ਬਣਾਈਏ ਉਹਨਾਂ ਨੂੰ ਵੀ ਆਓ ਭਾਈ ਬਹੁਤ ਲੋੜ ਹੈ ਅੱਜ ਪੰਥ ਨੂੰ, ਵੀ ਆਓ ਤੁਸੀਂ ਅੱਗੇ ਲੱਗੋ। ਮਾਨਕ ਸਾਹਿਬ ਨਾਲ ਕਿੰਨੀਆਂ ਗੱਲਾਂ ਜੁੜੀਆਂ ਹੋਈਆਂ ਸੀ, ਮੈਂ ਪੁੱਛਿਆ ਵੀ ਕਹਿੰਦੇ ਵੀ ਇੰਨੀ ਕਾਂ ਦੇ ਸਿਰ ਜਿੰਨੀ ਖਾ ਕੇ ਚੜਦਾ, ਸਾਨੂੰ ਵੀ ਕਈ ਖਾਈ ਜਾਂਦੇ ਆ। ਮੈਂ ਦੁਨੀਆ ਘੁੰਮਦਾ ਫਿਰਦਾ, ਵਰਲਡ ਵਿੱਚ ਜਾਂਦੇ ਆ ਵੀ ਉਹ ਨਸ਼ਿਆਂ ਨਾਲ ਨਹੀਂ। ਦੇਖੋ ਯਾਦ ਰੱਖੋ, ਅਗਰ ਅਜੇ ਆ ਜੋ ਕੁਝ ਬੋਲਦਾ, ਮਹਾਰਾਜ ਦੀ ਬਾਣੀ ਕਹਿੰਦੀ ਜਿਉਂ ਬੁਲਾਵੇ ਤੇ ਉਹ ਨਾਨਕ ਦਾਸ ਬੋਲੇ। ਕੌਣ ਬੋਲ ਸਕਦਾ? ਤੁਸੀਂ ਆਪ ਬੋਲਦੇ ਹੋ, ਠੀਕ ਹੈ। ਬੇਸ਼ੱਕ ਦੇਖੋ ਜਿਹੜੀ ਮੇਰੀ, ਮੈਂ ਨਹੀਂ ਕਹਿੰਦਾ ਬਹੁਤ ਉੱਚੀ ਅਵਸਥਾ ਦਾ ਮਾਲਕ ਹੋ ਗਿਆ, ਇਹ ਨਹੀਂ, ਪਰ ਮੇਰਾ ਮਨ ਕਹਿੰਦਾ, ਬਾਬਾ ਬੁੱਲੇ ਸ਼ਾਹ ਵੀ ਕਹਿੰਦਾ, ਉਹ ਕਹਿੰਦਾ ਆਪੇ ਹੀ ਬਾਜ ਮਾਰੇ ਆਪੇ ਹੀ ਬੋਲਦਾ ਹੈ, ਉਹ ਆਪੇ ਹੀ ਆ, ਆਪੇ ਹੀ ਮਾਪੇ, ਉਹ ਕੀ ਕੁਝ ਕਹਿੰਦਾ, ਆਪੇ ਹੀ ਸਿਆਪੇ, ਆਪ ਹੀ ਜੀਵੇ ਆਪੇ ਹੀ ਮਾਰੇ ਆਪੇ ਹੀ ਖੇਲੇ ਆਪੇ ਹੈ ਹੀ ਉਹ ਜੀ। ਔਰ ਸੱਚਾਈ ਇਹ ਆ, ਜਿਨ੍ਹਾਂ ਦਾ ਜਸ ਗਾਉਣੇ ਆ ਨਾ, ਉਹ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ, ਮੈਂ ਕਰੈਕਟਰ ਦੇ ਵਿੱਚ ਵੜ ਜਾਣਾ। ਮੈਨੂੰ ਕਈ ਬੰਦੇ ਕਹਿੰਦੇ ਲੈਕਚਰ ਸੁਣਦੇ ਆ, ਪਰ ਜੋ ਤੁਸੀਂ ਤੁਸੀਂ ਨਾਲ ਚੱਲਣ ਲੱਗ ਜਾਂਦੇ ਆ। ਉਹ ਮੈਨੂੰ ਪਤਾ ਨਹੀਂ, ਮੈਨੂੰ ਮਹਾਰਾਜ ਵੱਲੋਂ ਕਹਿ ਲਓ ਜਾਂ ਉਹ ਸਮਰਪਿਤ ਜੀ। ਇਹ ਸੱਚਾਈ ਆ। ਇਤਿਹਾਸ ਜਿਹੜਾ ਨਾ, ਇਤਿਹਾਸ ਵਿਧਾਤਾ ਸਿੰਘ ਜੀ ਧੀਰ ਜੀ ਨਾਮ ਸੁਣਿਆ ਨਾ, ਕਿੱਡੇ ਸ਼ਾਇਰ ਔਰ ਬਾਹਮਣਾ ਦੇ ਘਰ ਜੰਮਿਆ ਸੀ ਉਹ ਬਾਬਾ। ਉਹ ਪਤਾ ਕੀ ਲਿਖਦਾ, ਉਹ ਕਹਿੰਦਾ ਔਖੀ ਬਣੀ ਤੇ ਔਖੀਆਂ ਘਾਟੀਆਂ ਦਾ ਹੋ ਕੇ ਚਾਨਣਾ ਪੰਥ ਵਿਖਾਉਣ ਵਾਲਾ, ਫਿਲਮ ਸੈਂਕੜੇ ਸਾਲ ਦੀ ਘੜੀ ਅੰਦਰ ਐਨ ਅੱਖਾਂ ਦੇ ਅੱਗੇ ਲਿਆਉਣ ਵਾਲਾ, ਹੋਈਆਂ ਬੀਤੀਆਂ ਗੱਲਾਂ ਪੁਰਾਣੀਆਂ ਦੀ ਨੂਰੀ ਡਲਕ ਵੀ ਝਲਕ ਝਲਕਾਉਣ ਵਾਲਾ, ਔਖੀ ਬਣੀ ਉੱਤੇ ਕੌਮਾਂ ਸੁੱਤੀਆਂ ਨੂੰ ਹਲੂਣ ਝੂਣ ਕੇ ਸਿਰੋਂ ਜਗਾਉਣ ਵਾਲਾ, ਕੌਮ ਬਾਸ ਜਿਸ ਦੇ ਉਹ ਨਰੀ ਲੋਥ ਹੁੰਦੀ, ਜਿਹਦੇ ਛਿਪਣ ਤੇ ਮਜ਼ਹਬ ਉਦਾਸ ਹੁੰਦਾ, ਜਿਹਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ, ਸੱਚ ਪੁੱਛੋ ਤੇ ਟਹਿਣਾ ਸਾਹਿਬ ਉਹ ਇਤਿਹਾਸ ਹੁੰਦਾ ਜੀ। ਪਰ ਤੁਸੀਂ ਇਹ ਮੰਨਦੇ ਹੋ ਸਾਡਾ ਇਤਿਹਾਸ, ਇਹਦੇ ਚ ਕੋਈ ਦੋ ਰਾਏ ਨਹੀਂ, ਬਹੁਤ ਅਮੀਰ ਇਤਿਹਾਸ ਹੈ ਸਾਡਾ। ਇਤਿਹਾਸ ਵਰਗਾ ਕਹਿ ਲਓ ਵੀ ਕਿਤੇ ਵੀ ਤੁਹਾਨੂੰ ਇਤਿਹਾਸ ਨਹੀਂ ਲੱਭੇਗਾ। ਪਰ ਤੁਸੀਂ ਇਹ ਮੰਨਦੇ ਹੋ ਵੀ ਜਿੰਨਾ ਇਸ ਵੇਲੇ ਸਿੱਖਾਂ ਦਾ ਆਪਸ ਦੇ ਵਿੱਚ ਹੀ ਵੈਰ ਵਿਰੋਧ ਹੈ, ਉਹਨੇ ਜਿੰਨਾ ਨੁਕਸਾਨ ਕੀਤਾ ਉਹਨਾਂ ਬਾਹਰਲਿਆਂ ਨੇ ਨਹੀਂ ਕੀਤਾ। ਬਹੁਤ ਦੁੱਖ ਦੀ ਰਗ ਫੜ ਲਈ। ਬਹੁਤ ਖੂਬ ਸਵਾਲ। ਸਾਈ ਦੱਸਾਂ, ਫਿਰ ਉੱਥੇ ਗੱਲ ਆ ਗਈ ਜੀ, ਨਹੀਂ ਟੈਂਕ ਤੋਪ ਦਾ ਪੈ ਸਾਨੂੰ, ਸਾਡਾ ਜਨਮ ਹੋਇਆ ਤਲਵਾਰਾਂ ਤੋਂ, ਸਾਨੂੰ ਟੈਂਕ ਨਹੀਂ ਮਾਰ ਸਕੇ, ਤੋਪਾਂ ਨਹੀਂ ਮਾਰ ਸਕੀਆਂ, ਸਾਨੂੰ ਆਪਸੀ ਫੁੱਟ। ਦੇਖੋ ਇੰਨਾ ਕੁ ਜਾਗ ਹੁੰਦਾ ਨਾ, ਉਹ ਦੁੱਧ ਨੂੰ ਦਿਖਾ ਦਿਓ ਤੇ ਉਹ ਫੁੱਟ ਬਣਾ ਕੇ ਰੱਖ ਦਿੰਦਾ। ਫੁੱਟ ਸ਼ਬਦ ਤੇ 2 ਨੇ, ਪਰ ਅਰਦਾਸ ਕਰੀਏ ਸਾਰੇ। ਦੇਖੋ ਇੱਕ ਤਾਂ ਹੁੰਦਾ ਤਾਣੀ ਉਲਝ ਗਈ, ਉਹ ਸੁਲਝਾਈ ਜਾ ਸਕਦੀ ਆ ਜੀ। ਜੋ ਇਸ ਵੇਲੇ ਦੇ ਸਾਡੇ ਹਾਲਾਤ ਨੇ ਨਾ, ਜਦੋਂ ਵੀ ਕੋਈ ਮਸਲਾ ਬਣ ਜਾਂਦਾ, ਤੁਸੀਂ ਵੇਖਿਆ ਕੋਈ ਵਿਚੋਲਗੀ ਕਰਦਾ? ਮੈਂ ਤੇ ਨਹੀਂ ਵੇਖਿਆ। ਮੇਰਾ ਦਿਲ ਬਹੁਤ ਕਰਦਾ ਹੁੰਦਾ ਵੀ ਭਾਵੇਂ ਕੋਈ ਵੀ ਮਸਲਾ ਬਣੇ, ਰਾਗੀਆਂ ਦਾ ਹੋਵੇ, ਢਾਡੀਆਂ ਦਾ ਹੋਵੇ, ਪ੍ਰਚਾਰਕਾਂ ਦਾ ਹੋਵੇ, ਮੈਂ ਵਿਚੋਲਾ ਬਣਾ, ਪਰ ਮੈਨੂੰ ਲੱਗਦਾ ਮੈਂ ਬਹੁਤ ਨਿੱਕਾ ਜਿਹਾ, ਮੇਰੀ ਹਸਤੀ ਹੈ ਨਹੀਂ ਕੋਈ। ਮੈਂ ਇੱਕ ਛੋਟਾ ਜਿਹਾ ਡੁਗਡਗੀ ਜੀ ਵਾਲਾ ਮਹਾਰਾਜ ਦਾ ਢਾਡੀ ਆ, ਮੇਰੀ ਏਡੀ ਹਸਤੀ ਨਹੀਂ। ਪਰ ਮੋਰਾ ਵਾਲੀ ਸਾਹਿਬ ਇੱਕ ਹੋਰ ਸਵਾਲ, ਤੜਫ ਬਹੁਤ ਆ ਮੇਰੀ ਵੀ ਨਹੀਂ ਕੋਈ ਬਣਦ, ਕਿਉਂ ਨਹੀਂ ਵਿਚੋਲੇ ਬਣਦੇ ਸਾਡੇ ਜਥੇਦਾਰਾਂ ਨੂੰ, ਉਹ ਸਾਡੇ ਵੱਡਿਆਂ ਨੂੰ, ਜਾਂ ਫਿਰ ਕਿਉਂ ਨਹੀਂ ਬਣਦੇ? ਜੋ ਮੈਂ ਸੋਚਦਾ ਵੀ ਦੋਵੇਂ ਧਿਰਾਂ ਹੀ ਮੰਨਣ ਨੂੰ ਤਿਆਰ ਨਹੀਂ ਹੋਣਗੀਆਂ। ਉਹ ਕਹਿਣਗੇ ਉਹ ਵੀ ਨਹੀਂ ਮੰਨਦੇ, ਉਹ ਵੀ ਨਹੀਂ ਮੰਨਦੇ, ਮਸਲਾ ਵੱਧ ਜਾਂਦਾ। ਪਿੰਡਾਂ 'ਚ ਵੀ ਅੱਜ ਆ ਹੋ ਰਿਹਾ ਸਾਡੇ। ਬਿਲਕੁਲ ਮੋਰਾ ਵਾਲੀ ਸਾਹਿਬ, ਜਥੇਦਾਰ ਨੇ ਜਿਹੜੇ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ ਪਿਛਲੇ ਕੁਝ ਕੁ ਸਮੇਂ ਦੇ ਵਿੱਚ। ਉਹ ਰਾਜਨੀਤਿਕ ਲੋਕਾਂ ਦੇ ਖੀਸੇ ਦੇ ਵਿੱਚੋਂ ਨਿਕਲਦੇ ਆ। ਤਖਤਾਂ ਦੇ ਜਥੇਦਾਰ ਇੱਕ ਨਹੀਂ ਹੁਣ 2 ਬਣ ਗਏ ਆ। ਇੰਨਾ ਕੁਝ ਹੋ ਰਿਹਾ, ਪਰ ਫਿਰ ਵੀ ਅਸੀਂ ਕਹਿੰਦੇ ਵੀ ਸਿੱਖੀ ਦੇ ਮੂਹਰੇ ਚੁਣੌਤੀਆਂ ਜੀ।
ਵਜ੍ਹਾ ਕੀ ਹੈ ਸ਼੍ਰੋਮਣੀ ਕਮੇਟੀ ਹੈ ਜਿਹੜੀ ਤੁਹਾਡੇ ਖਿਆਲ ਦੇ ਵਿੱਚ, ਤੁਹਾਡੇ ਨਜ਼ਰੀਏ ਮੁਤਾਬਕ ਸਹੀ ਤਰੀਕੇ ਦੇ ਨਾਲ ਪ੍ਰਚਾਰ ਪ੍ਰਸਾਰ ਨਹੀਂ ਕਰ ਸਕੀ? ਕਿ ਉਹ ਵੀ ਇੱਕ ਆਪਦੇ ਵੱਲੋਂ ਜੋ ਰਾਜਨੀਤਿਕ ਸੰਸਥਾ ਬਣ ਕੇ ਰਹਿ ਚੁੱਕੀ ਹੈ, ਜਾਂ ਹੋਰ ਕਾਰਨ? ਵੇਖੋ, ਮੈਂ ਜਿਹੜੇ ਤੁਸੀਂ ਕਿਹਾ ਦੋ ਬਣ ਗਏ ਸੀ, ਕਰਕੇ ਤਾਂ ਦਿਖਾਉਂਦੇ ਕੁਝ। ਜੇ ਕੋਈ ਬਣਿਆ ਵੀ ਸੀ, ਕਿੱਡਾ ਪੰਥ ਨੇ ਮਾਣ ਦਿੱਤਾ ਜੀ, ਨਹੀਂ ਹੋ ਸਕਿਆ ਕੁਝ। ਦੂਸਰੀ ਗੱਲ, ਅਗਰ ਇਹ ਧਾਰਮਿਕ ਬੋਡੀ ਆ ਜਿਹੜੀ, ਵੈਸੇ ਹੈ ਤੇ ਇਹ ਵੀ ਵੇਖਿਆ ਜਾਵੇ ਵੋਟਾਂ ਪੈ ਕੇ ਚੁਣ ਕੇ ਹੀ ਆਉਂਦੀ ਆ, ਸਿੱਖ ਪੰਥ ਦੇ ਅੰਦਰ ਸਿਲੈਕਸ਼ਨ ਸੀ, ਇਲੈਕਸ਼ਨ ਨਹੀਂ ਸੀ। ਇਹ ਅੰਗਰੇਜ਼ਾਂ ਨੇ ਇਹ ਵੀ ਕਿਤੇ ਨਾ ਕਿਤੇ ਸਾਨੂੰ ਉਲਝਾਇਆ ਹੀ ਆ ਔਰ ਅਧੀਨ ਕੀਤਾ ਕਿਸੇ ਦੇ। ਅਕਾਲ ਤਖਤ ਸਾਹਿਬ ਅਸੀਂ ਕਹਿੰਦੇ ਆਜ਼ਾਦ ਆ, ਆਜ਼ਾਦ ਆ, ਆਜ਼ਾਦ ਆ। ਵੀਰੋ, ਆਜ਼ਾਦ ਉਦੋਂ ਸੀ ਜਦੋਂ ਉੱਥੇ ਫਰਲੇ ਵਾਲਾ ਮਹਾਂਕਾਲ, ਉਹ ਬਾਬਾ ਅਕਾਲੀ ਫੂਲਾ ਸਿੰਘ ਜੀ ਤੋਂ ਚੱਲੇ ਆਉਂਦੇ ਜਿਹੜੇ, ਉਹ ਜਿਹੜੇ ਜਰਨੈਲ ਸੀ ਸਾਡੇ, ਬੁੱਢੇ ਦਲ ਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਦਾ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ। ਉਹਨਾਂ ਤੋਂ ਪਹਿਲਾਂ ਬਾਬਾ ਨੈਣਾ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਇਹ ਫਰਲੇ ਵਾਲੇ ਮਹਾਂਕਾਲ, ਨਿਹੰਗ ਸਿੰਘ, ਬੁੱਢੇ ਦਲ ਦੇ ਜਥੇਦਾਰ ਉਹੀ। ਫਿਰ ਇਹ ਜਦੋਂ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਦਾ ਵੇਲਾ ਆਇਆ, 100 ਸਾਲ ਹੀ ਹੋਇਆ, ਜ਼ਿਆਦਾ ਨਹੀਂ, ਉਦੋਂ ਇਹ ਫੁੱਟ ਪਾ ਕੇ ਸਾਨੂੰ ਉਦੋਂ ਪਾੜਿਆ ਗਿਆ। ਉਦੋਂ ਵੀ ਕਈ ਵੀਰ, ਜਦੋਂ ਮਹੰਤਾਂ ਨੂੰ, ਹੁਣ ਗੱਲ ਸੁਣੋ ਸਰਦਾਰ ਜੀ, ਮਹੰਤ ਸਾਰੇ ਹੀ ਮਾੜੇ ਸਨ। ਜੇ ਇੱਕ ਨਾ ਰਹਿਣੂ ਮਾੜਾ, ਸਾਰੇ ਤਾਂ ਨਹੀਂ ਮਾੜੇ। ਜਿੰਨੇ ਉਦਾਸੀ ਮਹਾਂਪੁਰਖ ਸੀ, ਉਹ ਦੂਸਰੇ ਸੂਬਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਨ। ਅੱਜ ਨਹੀਂ। ਕਾਰਨ ਕੀ? ਉਹਨਾਂ ਨੂੰ ਵੀ ਅਸੀਂ, ਉਹ ਜੇ ਹਰਿਦੁਆਰ ਉੱਥੇ ਬੈਠੇ ਨੇ ਨਾ, ਉਹ ਭਗਵੇਂ ਕੱਪੜੇ ਪਾ ਕੇ ਆਂਦੇ, ਇਹ ਜੀ ਗਿੱਦੜ ਰੰਗੇ ਆ ਗਏ ਜੀ, ਇਹ ਜੀ ਹਿੰਦੂਆਂ ਦੇ ਸਾਧ ਆ ਗਏ। ਉਹ ਉੱਥੇ ਬੈਠੇ, ਉਹ ਪਤਾ ਹੀ ਕਹਿੰਦੇ ਆ, ਅੱਤਵਾਦੀਆਂ ਦੇ ਗੁਰੂ ਬੈਠੇ ਆ, ਇਹ ਅੱਤਵਾਦੀਆਂ ਦੇ ਸਾਧ ਬੈਠੇ ਆ, ਕਿੱਧਰ ਜਾਣ? ਇਹਦਾ ਕਾਰਨ ਕੀ ਹੋਇਆ? ਬਿੱਥ ਕਿਉਂ ਪਈ? ਕਿਤੇ ਨਾ ਕਿਤੇ ਤੇ ਲਾਲਸਾ। ਦੇਖੋ, ਤਿਆਗ, ਪੁਰਾਣੇ ਜਥੇਦਾਰਾਂ ਦੇ ਵਿੱਚ ਤਿਆਗ ਸੀ ਕੁਰਸੀ ਲਈ। ਉਹ ਸੰਤ ਕਹਿੰਦੇ ਹੁੰਦੇ ਸੀ, ਤੇ ਪੁਰਾਣੇ ਲੀਡਰ ਕਹਿੰਦੇ ਸੀ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ। ਹੁਣ ਕਹਿੰਦੇ ਆ, ਧਰਮ ਜਾਵੇ ਤਾਂ ਜਾਵੇ, ਹਾਏ ਰੱਬਾ ਆ ਕੁਰਸੀ ਖਿਸਕ ਨਾ ਜਾਵੇ। ਇਹ ਕੁਰਸੀ ਦਾ ਡਰ ਹਰ ਇੱਕ ਨੂੰ ਆ, ਇਹ ਨਾ ਮੇਰੇ ਕੋਲੋਂ ਕਿਤੇ ਚਲੀ ਜਾਵੇ। ਤਿਆਗ, ਪਿਆਰ, ਮੁਹੱਬਤ ਯਾਦ ਰੱਖਿਓ। ਮਹਾਰਾਜ ਨੇ, ਲੋਕੀ ਕਹਿੰਦੇ ਮੇਰਾ ਆਹ ਖੁੱਲ ਗਿਆ, ਮੇਰੇ ਜੀ ਚੱਕਰ ਖੁੱਲ ਗਏ, ਮੇਰੀ ਕੁੰਡਲਨੀ ਖੁੱਲ ਗਈ, ਮੇਰੀ ਜੀ ਤ੍ਰਿਕੁਟੀ ਖੁੱਲ ਗਈ। ਪਰ ਕਲਗੀਧਰ ਜੀ ਇਹਨਾਂ ਚੱਕਰਾਂ ਸਾਨੂੰ ਪਾ ਕੇ ਨਹੀਂ ਗਏ। ਉਹ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਪ੍ਰੇਮ ਕਰੋ, ਭਾਵੇਂ ਉਹ ਕਮੇਟੀਆਂ ਨੇ, ਕਿਤੇ ਕਮੇਟੀਆਂ ਸਮੇਟੀਆਂ ਨਾ ਜਾਣ। ਜੇ ਚਾਹੁੰਦੇ ਹੋ ਨਾ ਵੀ ਸਾਰਾ ਕੁਝ, ਹਾਲੇ ਵੀ ਕੁਝ ਨਹੀਂ ਵਿਗੜਿਆ। ਉਹ ਕਹਿੰਦੇ ਨਾ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਝਾੜ ਕੇ ਪੱਲੇ ਵਿੱਚ ਪਾ ਲਓ। ਅੱਜ ਵੀ ਮਿਲ ਬੈਠ ਕੇ, ਸਿਰ ਪਾੜਨ ਦਾ ਵੇਲਾ ਨਹੀਂ, ਬਾਹਾਂ ਵੱਢਣ ਦਾ ਵੇਲਾ ਨਹੀਂ, ਬਾਹਾਂ ਮੋਢੇ ਨਾਲ ਮੋਢਾ ਡਾਉਣ ਦਾ, ਤੇ ਸਿਰ ਜੋੜ ਕੇ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਆ, ਹੱਲ ਕੱਢਣਾ ਚਾਹੀਦਾ। ਛੋਟੀ ਭੈਣ ਹੋਣ ਦੇ ਨਾਤੇ ਤੁਹਾਨੂੰ ਜ਼ਰੂਰ ਮੈਂ ਸਵਾਲ ਕਰਨਾ ਚਾਹੁੰਦੀ ਆ, ਮਾਫ ਕਰਨਾ ਜੇ ਬੁਰਾ ਲੱਗੇ ਤਾਂ, ਪਰ ਅੱਜ ਨਿਹੰਗ ਸਿੰਘਾਂ ਦੇ ਨਾਲ, ਕਿਉਂਕਿ ਇਹ ਗੁਰੂ ਦੀ ਪਿਆਰੀ ਲਾਡਲੀ ਫੌਜ ਹੈ, ਪਰ ਅੱਜ ਇਹਨਾਂ ਦੇ ਨਾਲ ਭੰਗ ਪੀਣੇ ਜਾਂ ਹੋਰ ਕਈ ਤਰ੍ਹਾਂ ਦੇ ਸ਼ਬਦ ਜੁੜ ਗਏ ਜਿਹੜੇ ਕਿ ਦੁੱਖ ਦਿੰਦੇ ਨੇ। ਕੀ ਮੰਨਦੇ ਹੋ, ਕੀ ਕਾਰਨ ਹੈ ਵੀ ਅੱਜ ਨਿਹੰਗ ਸਿੰਘਾਂ ਦੇ ਨਾਲ ਇੰਨੇ ਮਾੜੇ ਸ਼ਬਦ ਜੁੜ ਗਏ? ਔਰ ਮੈਂ ਬਹੁਤ ਚੰਗਾ ਕੀਤਾ, ਮੈਨੂੰ ਬੁਰਾ ਨਹੀਂ ਲੱਗਾ, ਬਹੁਤ ਚੰਗਾ ਕੀਤਾ। ਕਲੀਅਰ ਹੋਣਾ ਚਾਹੀਦਾ ਜੀ। ਉਹ ਜਾ ਕੇ ਤਾਂ ਵੇਖੋ ਵਿਚਾਰਿਆਂ ਦੇ ਕੋਲ ਉਹਨਾਂ ਦੀ ਜ਼ਿੰਦਗੀ ਕੈਸੀ ਆ। ਉਹ ਮਹਾਰਾਜ ਦਾ ਸਾਜ਼ੋ ਸਮਾਨ ਅੱਜ ਵੀ ਸਾਂਭੀ ਬੈਠੇ ਆ। ਦਲਾਂ ਪੰਥਾਂ 'ਚ ਮੈਂ ਵਿਚਰਦਾ, ਸ਼੍ਰੋਮਣੀ ਪੰਥ ਅਕਾਲੀ, ਬੁੱਢਾ ਦਲ, ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਸਕੂਲ ਚਲਾ ਰਿਹਾ ਬੁੱਢਾ ਦਲ। ਸਭ ਤੋਂ ਵਧੀਆ ਸਕੂਲ ਬੁੱਢੇ ਦਲ ਦਾ ਪਟਿਆਲੇ ਦੇ ਅੰਦਰ, ਸਮਾਣੇ ਦੇ ਅੰਦਰ। ਆ ਜਿਹੜਾ ਤੁਸੀਂ ਬਚਨ ਕਿਹਾ, ਮੈਂ ਜਦੋਂ ਜਾ ਕੇ ਦਲ ਪੰਥ ਵੇਖਦਾ, ਮੈਨੂੰ ਤੇ ਉਹ ਕਿਤੇ ਨਹੀਂ ਦਿਸਦੇ। ਮੈਨੂੰ ਤੇ 12:30 ਹੁੰਦੇ ਨਾ, ਇਸ਼ਨਾਨ ਕਰਦੇ ਆ, ਔਰ ਕੋਲਗੇਟਾਂ ਨਾਲ ਬੁਰਸ਼ ਨਹੀਂ ਕਰਦੇ, ਉਹ ਦਾਤਣ ਕਰਦੇ ਨੇ। ਉਹ ਵੀ ਵਧੀਆ, ਕੋਈ ਫਲਾਹ ਦੀ, ਕੋਈ ਚੰਗੀ। ਉਹਨਾਂ ਦੇ ਦੰਦ ਸਾਡੇ ਨਾਲੋਂ ਕਿਤੇ ਚੰਗੇ। ਉਹ ਇਲਾਜ ਨਹੀਂ ਕਰਾਉਂਦੇ। ਫਿਰ ਉਹ ਬਾਣੀ ਪੜ੍ਹਦੇ ਆ, ਰੱਜ ਰੱਜ ਕੇ ਬਾਣੀ, ਗੱਜ ਗੱਜ ਕੇ ਬਾਣੀ ਪੜ੍ਹਦੇ ਆ। ਉਹ ਤੇ ਦਿਸੀ ਜਾਂਦਾ ਉਹਨਾਂ ਦਾ ਜੀਵਨ। ਉਹ ਜੋ ਬੱਚਿਆਂ ਨੂੰ ਪ੍ਰੇਰ ਰਹੇ ਆ, ਸ਼ਾਸਤਰ ਵਿਦਿਆ ਸਿਖਾ ਰਹੇ, ਪਿੰਡ ਪਿੰਡ ਜਾ ਕੇ, ਵਿਧੀ ਚੰਦੀਏ, ਤਰਨਾ ਦਲੀਏ, ਸਾਰੀ ਹਰ ਪਿੰਡ ਜਾ ਕੇ ਉੱਥੇ ਦੀਵਾਨ ਸਜਾਉਣਾ। ਹੁਣ ਤਾਂ ਚਲੋ ਆ ਇਹਦੇ ਕਰਕੇ ਥੋੜਾ ਸਾਰੇ ਟਿਕੇ ਹੋਏ ਆ, ਪਰ ਚੱਲ ਰਿਹਾ। ਹਰ ਇੱਕ ਜਗ੍ਹਾ ਜਾਣਾ। ਭੈਣ ਜੀ, ਉੱਥੇ ਬਦਾਮ ਰਗੜੇ ਜਾਂਦੇ ਆ। ਉਹ ਜਿਹੜੀ ਮਰਿਆਦਾ ਸਿਰਫ ਉਹ ਜੇ 5 ਪੱਤੀਆਂ ਪਾ ਲਈਆਂ, ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ। ਅੱਜ ਅਮਰੀਕਾ ਵਰਗਾ ਮੁਲਕ, ਉਹਨੂੰ ਕੈਨਵਸ ਕਹਿ ਕੇ ਇਲਾਜ ਕੀਤੇ ਜਾ ਰਹੇ ਨੇ ਕੈਂਸਰ ਦੇ ਨਾਲ। ਉਹਨਾਂ ਬੂਟਿਆਂ ਨੂੰ ਮੈਂ ਪ੍ਰਮੋਟ ਨਹੀਂ ਕਰ ਰਿਹਾ, ਪਰ ਉਹ ਗੱਲ ਨੂੰ ਗਲਤ ਕਿਉਂ ਪ੍ਰਚਾਰਿਆ ਗਿਆ ਜੀ? ਉਹ ਚੀਜ਼ ਚਲੋ ਝਟਕਾ, ਹੁਣ ਹਜੂਰ ਸਾਹਿਬ ਉਹ ਪ੍ਰਥਾ ਚੱਲੀ ਆਉਂਦੀ ਹੈ, ਕਲਗੀਧਰ ਜੀ ਤੋਂ ਜਿਹੜਾ ਚੱਲਿਆ ਆ ਰਿਹਾ। ਦੇਖੋ,
ਇਹ ਜਿਹੜਾ ਮਾਸ ਵਾਲਾ ਵਿਸ਼ਾ ਨਾ ਜਾਂ ਇਹ ਬਹੁਤ ਲੰਮਾ ਚੌੜਾ ਨਹੀਂ, ਇਹ ਮਾਸ ਕਰ ਮੂਰਖ ਝਗੜੇ ਮਾਰਨੇ ਗੱਲ ਨਵੇੜਦੀ। ਜੇ ਹੁਣ ਮੈਨੂੰ ਕਈ ਆ ਕੇ ਪੁੱਛਦੇ ਜੀ ਮਾਸ ਖਾਣਾ ਚਾਹੀਦਾ, ਮੈਂ ਕਿਹਾ ਤੂੰ ਛਕਦਾ ਖਾਣਾ, ਕਹਿੰਦਾ ਜੀ ਨਹੀਂ, ਮੈਂ ਕਿਹਾ ਫਿਰ ਬਹੁਤ ਚੰਗੀ ਗੱਲ ਹੈ। ਨਹੀਂ ਜੀ ਖਾਣਾ ਚਾਹੀਦਾ, ਮੈਂ ਖਾਣਾ ਚਾਹੁੰਦਾ, ਜੇ ਦਿਲ ਕਰਦਾ ਮੈਂ ਕਿਹਾ ਛਕ ਲਿਆ ਕਰ, ਫਿਰ ਨਹੀਂ ਛਕਿਆ ਤੂੰ। ਹੁਣ ਸੁਣੋ, ਉਦਾਂ ਤੇਰੀਆਂ ਲਾਲਾਂ ਡਿੱਗਦੀਆਂ ਫਿਰਦੀਆਂ ਤੇ ਕਹਿੰਦੇ ਮੈਂ ਇਹ ਨਹੀਂ ਜੀ, ਉਹ ਜਿਵੇਂ ਨਾ ਕੋਈ ਏਦਾਂ ਬਹਿ ਗਿਆ ਕਿਸੇ ਸਭਾ 'ਚ, ਉਹ ਛੱਡ ਚੁੱਕਾ ਸੀ ਖਾਣਾ ਪੀਣਾ, ਤੇ ਉਹ ਕਹਿੰਦੇ ਉਹ ਕਿੱਦਾਂ ਵੀ ਫਲਾਨਾ ਸਿਆ ਕਿੱਦਾਂ, ਫੇ ਉਹ ਨਹੀਂ ਉਹ ਮੈਨੂੰ ਨਾ ਪੁੱਛੋ। ਉਹ ਕਹਿੰਦੇ ਨਹੀਂ ਦੱਸ ਯਾਰ, ਕੋਈ ਨੀ ਤੂੰ ਦੱਸ। ਕਹਿੰਦਾ ਯਾਰ ਮੈਨੂੰ ਨਾ ਪੁੱਛੋ, ਮੇਰੇ ਕੋਲੋਂ ਨਾ ਨਹੀਂ ਹੋਣੀ। ਮੈਨੂੰ ਨਾ ਪੁੱਛੋ, ਮੇਰੇ ਕੋਲੋਂ ਨਾ ਨਹੀਂ ਹੋਣੀ। ਹਾਲਾਤ ਤਾਂ ਸਾਡੇ ਆ ਛੱਡ ਦੇ ਕੁਝ ਨਹੀਂ। ਉਹ ਲੋਕ ਤੇ ਗੱਲਾਂ ਕਰਦੇ ਨਿਹੰਗ ਸਿੰਘਾਂ ਦੀਆਂ, ਉਹਨਾਂ ਦੇ ਜੀਵਨ ਬਹੁਤ ਉੱਚੇ ਸੁੱਚੇ। ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਆਓ ਕਿਸ ਦਿਨ ਚੱਲੋ, ਤੁਹਾਨੂੰ ਵਿਖਾ ਕੇ ਲਿਆਈਏ ਦਲਾਂ ਪੰਥਾਂ 'ਚ ਰਹਿੰਦੇ ਕਿੱਦਾਂ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਵੀ ਸਮਾਂ ਹੋਇਆ, ਸ਼ਾਇਦ ਸਮਾਂ ਕਦੇ ਨਿਕਲੇ। ਪਰ ਜਾਂਦੇ ਜਾਂਦੇ ਇਹ ਦੱਸੋ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਕਿੰਨਾ ਕੁ ਸਹਿਮਤ ਹੋ? ਕਿਸੇ ਵੇਲੇ ਤਾਂ 100% ਹੀ ਸਹਿਮਤ ਸੀ। ਉਹ ਬੱਬੂ ਮਾਨ ਵਾਲਾ ਮਸਲਾ ਮੇਰਾ ਥੋੜੀ ਸੀ, ਉਹ ਤੇ ਉਹਨਾਂ ਦਾ ਹੀ ਸੀ। ਔਰ ਉਸ ਵੇਲੇ ਵੀ, ਪਰ ਇੱਕ ਮੈਂ ਦੱਸਾਂ, ਸਟੈਂਡ ਆ ਜਿਹੜਾ ਨਾ, ਉਹ ਹੋਣਾ ਚਾਹੀਦਾ ਹਰ ਇੱਕ ਦਾ। ਭਾਵੇਂ ਮੈਂ ਆ ਤੇ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਸ਼੍ਰੀ ਅਕਾਲ ਤਖਤ ਸਾਹਿਬ, ਉੱਥੇ ਸਾਰੇ ਸਿਆਣੇ ਇਕੱਠੇ ਹੋ ਕੇ ਬਹਿਣਗੇ। ਇਹ ਨਹੀਂ ਵੀ ਸਾਰੇ ਜਿਵੇਂ ਆਪ ਜੀ ਜਥੇਦਾਰਾਂ ਨੂੰ ਅਸੀਂ ਸਾਰੇ ਹੀ ਨਿੰਦ ਦਿੰਦੇ ਆ ਵੀ ਐਵੇਂ ਹੀ ਨੇ, ਮਾੜੇ ਨੇ, ਐਸੀ ਗੱਲ ਨਹੀਂ। ਗਿਆਨੀ ਸਿੰਘ ਸਾਹਿਬ, ਹਰਪ੍ਰੀਤ ਸਿੰਘ ਹੋਣੀ ਆਏ, ਬੜੇ ਸਿਆਣੇ ਨੇ ਉਹ। ਜੇ ਕੋਈ ਉਦਾਂ ਦੇ ਕਰਨਾ ਹੁੰਦਾ ਪਹਿਲਾਂ, ਬਹੁਤ ਚਿਰ ਪਹਿਲਾਂ ਹੀ ਇੱਕ ਵਾਰੀ ਪਾਸੇ ਕਰਕੇ ਬਿਠਾ ਦਿੰਦੇ। ਏਦਾਂ ਹੀ ਦਲ ਪੰਥ ਨੇ, ਮੇਰਾ ਮੰਨਿਆ, ਔਰ ਯਤਨ ਹੋ ਵੀ ਰਹੇ ਨੇ, ਸਾਰੇ ਮਿਲ ਬੈਠਣਗੇ। ਕਿਹੜਾ ਚਾਹੁੰਦਾ ਵੀ ਪੰਥ ਦੇ ਵਿੱਚ ਫੁੱਟ ਪੈ? ਅੱਗੇ ਅਸੀਂ ਕਿੰਨੇ ਕਿਹਾ ਜੀ। ਪਰ ਇੱਕ ਮੈਂ ਅੱਜ ਹੋਰ ਗੱਲ ਤੁਹਾਨੂੰ ਇੱਥੇ ਦੱਸਣੀ ਚਾਹੁੰਦਾ। ਜਾਂਦੇ ਜਾਂਦੇ ਤੁਸੀਂ ਕਿਹਾ ਨਾ, ਇਹ ਜਿਹੜਾ ਰੌਲਾ ਪਾਉਂਦੇ ਫਿਰਦੇ ਨਾ, ਅਸੀਂ ਹਾਏ ਉਹ ਮਰ ਗਏ, ਓਏ 2% ਆ ਜੀ, ਅਸੀਂ ਖਤਮ ਹੋ ਗਏ, ਤਬਾਹ ਹੋ ਗਏ, ਇਹ ਨੈਗੇਟਿਵਿਟੀ ਵਾਲੀ ਸੋਚ। ਇਹ ਮਹਾਰਾਜ ਦੇ ਸਿੱਖ ਦੀ ਨੀ ਗੀ। ਉਹਦੇ ਕਹਿੰਦੇ 96 ਕਰੋੜੀ ਪੰਥ ਆ ਅਸੀਂ। 96 ਕਰੋੜ ਇਹ ਮੰਨਿਆ ਜਾਂਦਾ। 96 ਕਰੋੜੀ ਪੰਥ ਦਾ ਮਤਲਬ ਕੀ ਆ? ਹੁਣ ਇਹ ਕਹੋਗੇ ਇੰਨੇ ਤਾਂ ਬੰਦੇ ਹੀ ਹੈ ਨਹੀਂ। 33 ਕਰੋੜ ਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਹੁਣ ਗੁਰੂ ਗ੍ਰੰਥ ਸਾਹਿਬ 'ਚ ਕੀਤਾ। 33 ਭੱਟਾਂ 'ਚ ਸਵੀਆਂ 'ਚ ਆਉਂਦਾ। ਜੇ ਕਿਸੇ ਨੇ ਕਹਿਤਾ ਉੱਠ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ, ਫਿਰ ਉਹ ਕੱਲ ਨੂੰ ਕੱਢ ਕੇ ਪੰਕਤੀਆਂ ਰੱਖਣਗੇ, ਕੀ ਕਰਾਂਗੇ? ਹੁਣ ਸੁਣੋ ਵੀਰਾ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਨਾ ਚਰਿੱਤਰਾਂ ਦਾ ਜ਼ਿਕਰ ਛਿੜਦਾ, ਉਹਦੇ ਵਿੱਚ ਵੀ ਹੈਗੇ ਆ ਭੱਗ। ਉਹਦੇ ਵਿੱਚ ਵੀ ਚਹਿਲ ਆਪਣੇ ਉਹਦਾ ਜੋ ਇੰਦਰ ਦਾ ਜ਼ਿਕਰ ਆਉਂਦਾ ਨਾ, ਸਹਿ ਸਰੀਰ ਚਿਹਨ ਭੱਗ ਹੋਏ ਤਾਂ ਮਨ ਪਛੋਤਾਇਆ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ। 96 ਕਰੋੜ ਉਹ ਕਿਵੇਂ ਹੋਣੇ ਆ? ਹਜੂਰ ਸਾਹਿਬ ਜੋ ਅੰਤ ਵੇਲੇ ਮਹਾਰਾਜ ਨੇ ਬਚਨ ਲਿਖਾਏ, ਉਹ ਪੋਥੀ ਹੈ। ਉਥੋਂ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਪੰਜਾਬ 'ਚ ਹੀ ਨੇ ਹੁਣ, ਉਹਨਾਂ ਪੜ੍ਹੀ ਹੋਈ ਆ, ਉਹਨਾਂ ਦੱਸੇ ਨੇ ਬਚਨ। ਉਹ ਕਹਿੰਦੇ ਜਦੋਂ ਖਜ਼ਾਨਾ ਬਾਹਰ ਨਿਕਲਦਾ, ਪੜ੍ਹਿਆ ਉਹ 'ਚ ਕੀ ਲਿਖਿਆ? ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਐਸਾ ਸਮਾਂ ਬਣਾ ਦਿਆਂਗੇ, लंक लूट ले आऊं, पलंक पेशखाना चलाऊं, नर्द गर्द में मलाऊं, जो माते अभिमान के रूम नौबत बजाऊं, रूम रोम रूम नौबत बजाऊं, शाम मोहरा चलाऊं, पातशाही लेकर आऊं, तख्त साचे साहिबान के, न आप लड़ूं न फौज लड़ाऊं, भट्ट बीर न सेती बांध मगाऊं, न छाडूं खालक न छाडूं बालक बलख बुखारा, पर्वत काटूं ईरान खुरासान के, मेरो जो नाम गुरु गोबिंद सिंह सोढ़ी राय, अस खिलाऊना सब खलकत राज साज बांध मगाऊं, गोछे कमान के हुक्म सत। ते उत्थे लिखिया भी सारे महाराज कहते नीलंबरधारी फौजां निहंग सिंह होणगे। कहते जी वो किवें होणगे, लोग तां मुनकर होए फिरदे आ, इन्हां नूं तां केस भी भारे लगदे आ, मुच्छां भी भारियां लगदियां, दाड़ियां भारियां लगदियां। महाराज कहते मैं हवाई ऐसी चला देंगा। जदों हवाई ऐसी चला दित्ती, वेखो अपनी तड़फ ठीक है, तड़फां रखीए, भले लई तुरीए, पर 96 करोड़ी पंथ दा मालक धन गुरु गोबिंद सिंह साहब सच्चा पातशाह कलगियां वाला। भरोसा रखो और याद रखियो, कलगीधर जी दे बोल ने, निश्चय करे अपनी जीत करो, सिख आशावादी है, निराशावादी नहीं। अज निराशा साडे च बहुती, हाय मर गए ओए, ओए लुटे गए ओए, आ कुछ ही करी जाने। सतगुरु दी खेड़ भी कोई है, उहदे उत्ते भरोसा रखो। बाकी मैं बेनती करदा, जेड़े भी ने वीरो विवाद पहले ही बड़े क्यों करदे हो, किते तुसीं निभ जाओ, तुहानूं लगदा भी धक्का हो रहा, निभ जाओ, निवे सो गौरा होए, जेड़ा निभदा भारा होई आ। ਇਹ ਕਿਹੜੀ ਗੱਲ? ਉਹ ਕਹਿੰਦਾ ਮੈਂ ਤੇਰੇ ਨਾਲੋਂ ਤਕੜਾ, ਉਹ ਕਹਿੰਦਾ ਮੈਂ ਤੇਰੇ ਨਾਲ ਤਕੜਾ, ਆ ਜਾ ਫਿਰ। ਇਹਦੇ ਨਾਲ ਕਿਤੇ ਖਾੜੇ ਪੁੱਟ ਲੈਣ, ਉੱਥੇ ਘੁਲ ਕੇ ਵੇਖ ਲੈਣ। ਆ ਮਾਰ ਮਰਾਈਏ ਵਾਲੇ ਚੱਕਰਾਂ 'ਚ ਨਾਲੇ ਵੇਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੇ ਕਿਹਾ, ਮਹਾਰਾਜ ਕਹਿੰਦੇ ਜਿਹੜਾ ਸਿੱਖ ਹੋ ਕੇ ਸਿੱਖ ਤੇ ਵਾਰ ਕਰਦਾ ਨਾ, ਉਹ ਮੈਨੂੰ ਨਹੀਂ ਪਾਉਂਦਾ। ਇਹ ਬਿਲਕੁਲ ਗਲਤ ਗੱਲਾਂ ਨੇ, ਬਿਨਾਂ ਮਤਲਬ ਕਿਉਂ। ਹਾਂਜੀ ਦੇਖੋ,
ਪਹਿਲੀ ਗੱਲ ਤੇ ਹੱਥ ਜੋੜੋ, ਫਿਰ ਉਹਨੂੰ ਪਿਆਰ ਨਾਲ ਸਮਝਾਓ, 2-3 ਵਾਰੀ ਤੇ ਆਖੋ ਇਹ ਥੋੜਾ ਸਿੱਧਾ ਗਲ ਪਾ ਜਾਓ, ਮਾਰ ਦਿਓ, ਲਾ ਦਿਓ। ਇਹ ਹੁਣ ਬੇਨਤੀ ਆ ਇਹਨਾਂ ਸਾਰਿਆਂ ਨੂੰ, ਤੁਹਾਨੂੰ ਵੀ ਬੇਨਤੀ, ਜੇ ਆਉਂਦੇ ਜਾਂਦੇ ਆ ਯਤਨ ਕਰੋ, ਇਹ ਖਲਾਰਾ ਜਿਹੜਾ ਪੈ ਗਿਆ ਨਾ, ਜਿਵੇਂ ਭੈਣ ਨੇ ਕਿਹਾ, ਹਰਮਨ ਭੈਣੇ ਇਹਨਾਂ ਨੂੰ ਹੱਥ ਬੰਨ ਲਈਏ ਵੀ ਇਕੱਠੇ ਹੋ ਜਾਓ, ਕਿਉਂ ਮਖੌਲ ਬਣਾਉਣੇ, ਕਿਉਂ ਇਹ ਗੱਲਾਂ ਹੋਰ ਮਜ਼ਹਬਾਂ ਵਾਲੇ ਵੀ ਦੂਜੇ ਤੀਜੇ ਸਾਡਾ ਤਮਾਸ਼ਾ ਵੇਖ ਰਹੇ, ਕਿਉਂ ਕਰਾ ਰਹੇ ਆ? ਬਹੁਤ ਮਹੱਤਵਪੂਰਨ ਗੱਲਾਂ ਕੀਤੀਆਂ ਮੋਰਾਂ ਵਾਲੀ ਸਾਹਿਬ ਤੁਸੀਂ, ਤੇ ਜੀ ਕਰਦਾ ਸੀ ਕਿ ਹੋਰ ਜਿਹੜੀਆਂ ਉਹ ਗੱਲਾਂ ਹੋਣ, ਕਿਉਂਕਿ ਬਹੁਤ ਸਾਰੇ ਮੁੱਦੇ ਹੋਰ ਆ ਜਿਹੜੇ ਚਲੰਤ, ਜਿਹੜੇ ਪੱਕੇ ਹੋਏ ਆ, ਪਰ ਵਕਤ ਦੀ ਘਾਟ ਆ ਜਿਹੜੀ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਤੇ ਤੁਸੀਂ ਸਟੂਡੀਓ ਦੇ ਵਿੱਚ ਆਏ, ਚੱਜ ਦਾ ਵਿਚਾਰ ਦੇ ਵਿੱਚ ਤੁਸੀਂ ਪਹੁੰਚੇ, ਤੁਹਾਡਾ ਦਿਲੀ ਤੌਰ ਦੇ ਉੱਤੇ ਅਸੀਂ ਸ਼ੁਕਰੀਆ ਅਦਾ ਕਰਦੇ। ਮੇਰੇ ਵੱਲੋਂ ਵੀ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਵੀਰੋ ਮਾਫੀ ਦੇ ਦਿਓ, ਮੈਂ ਯੋਗ ਨਹੀਂ, ਪਤਾ ਨਹੀਂ ਜਿਵੇਂ ਮੈਂ ਆਖਿਆ ਵੀ ਬੋਲਣ ਵਾਲਾ ਕੋਈ ਹੋਰ ਹੀ ਆ, ਇਹ ਆ ਮਾਲ ਕਹਿੰਦਾ ਤੇ ਮਸ਼ਹੂਰੀ ਕੰਪਨੀ ਦੀ ਆ, ਉਹ ਜਿਹੜਾ ਬੋਲਦਾ ਉਹ ਜਿਵੇਂ ਬੋਲਿਆ। ਆਪ ਜੀ ਨੂੰ ਬੇਨਤੀ ਹੈ, ਤੁਹਾਨੂੰ ਵੀ ਆ, ਮੈਂ ਏਡੀ ਸਮਰੱਥਾ ਦਾ ਮਾਲਕ ਹੈ, ਆਪਣੇ ਆਪ ਨੂੰ ਕਦੇ ਵੀ ਨਹੀਂ ਸਮਝਿਆ, ਸਟੇਜਾਂ ਤੇ ਵੀ ਮੈਂ ਬਹੁਤ ਚੰਗਾ ਬੋਲਦਾ, ਜਿਵੇਂ ਬਹੁਤ ਨਹੀਂ, ਮੈਂ ਤੇ ਬੱਕਰੀ ਕਰਦੀ, ਬੱਕਰਾ ਕਰਦਾ ਗਲ ਲੈਂਦਾ, ਮੈਂ ਨਾ ਉਹ ਮੈਂ ਨਾ ਕਰਦੀ ਆ, ਬਾਦਸ਼ਾਹਾਂ ਦੇ ਹੱਥਾਂ 'ਚ ਖੇਲਦੀ ਹੁੰਦੀ ਸੀ, ਮੈਂ ਹੀ ਤੇ ਮਾਰਨੀ ਆ। ਬਾਬੇ ਬੁੱਲੇ ਸ਼ਾਹ ਨੇ ਵੀ ਇਹੀ ਕਿਹਾ, ਕਹਿੰਦਾ ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁੰਮਾ ਪੜਾਈਏ। ਉਹ 'ਚ ਅਖੀਰ 'ਚ ਕੀ ਕਹਿੰਦਾ ਬੁੱਲੇ ਸ਼ਾਹ, ਗੱਲ ਤਾਂਹੀਓ ਮੁੱਕਦੀ ਜਦੋਂ ਮੈਂ ਇਹਨੂੰ ਦਿਲੋਂ ਗਵਾਈ। ਅੱਜ ਮੈਂ ਹੀ ਸਾਡਾ ਤੇ ਪੰਥ ਦਾ ਨੁਕਸਾਨ ਕਰ ਰਹੀ ਆ। ਉਹ ਕਹਿੰਦਾ ਮੈਂ ਵੱਡਾ, ਉਹ ਕਹਿੰਦਾ ਮੈਂ ਵੱਡਾ ਜੀ। ਬਹੁਤ ਚੰਗਾ ਲੱਗਾ ਤੇ ਹੁਣ ਆਪਾਂ ਇਜਾਜ਼ਤ ਲਈ ਬਿਲਕੁਲ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਾ ਵਿਚਾਰਾਂ ਦੀ ਸਾਂਝ ਪਾ ਕੇ। ਦੁਬਾਰਾ ਫੇਰ ਕਿਤੇ ਜ਼ਰੂਰ ਵਿਚਾਰਾਂ ਦੀ ਸਾਂਝ ਆਪਾਂ ਪਾਵਾਂਗੇ। ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇੜਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।